ਸਤਨਾਮ ਵਾਹਿਗੁਰੂ ਜੀਓ। ਤੂੰ ਸਮਰੱਥ ਵੱਡਾ, ਮੇਰੀ ਮਤ ਤੋਰੀ ਰਾ। ਪਾਲੇ ਅਕਿਰਤ ਕਣਾ, ਪੂਰਨ ਦ੍ਰਿਸ਼ਟ ਤੇਰੀ ਰਾ। ਨਾ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀਂ ਵਿਸਰਿਆ। ਪਰਮ ਸਤਿਕਾਰਯੋਗ ਸਤਿਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਸਾਰੇ ਆਪਣੇ ਮਨੋ ਬਿਰਤੀਆਂ ਨੂੰ ਇਕਾਗਰ ਕਰੀਏ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਆਪਣੀ ਸੁਰਤੀ ਦੇ ਸਾਹਮਣੇ ਲਿਆਈਏ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੀ ਜੋਤ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤੱਕ ਵਰਤ ਕੇ ਸਦਾ ਸਦਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਸੁਭਾਈਮਾਨ ਹੋਈ। ਇਹੋ ਜਿਹੇ ਪਿਆਰੇ ਸਤਿਗੁਰੂ ਜੀ ਦੇ ਚਰਨਾਂ ਨੂੰ ਨਮਸਕਾਰ ਕਰੀਏ। ਫਤਿਹ ਬੁਲਾਓ ਤੇ ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਵਿੱਚ ਇੱਕ ਇੱਕ ਪੰਨੇ 'ਤੇ ਨਾਮ ਦੀ ਮਹਿਮਾ ਹੈ, ਨਾਮ ਜਪਣ ਵਾਲਿਆਂ ਦੀ ਮਹਿਮਾ ਹੈ। ਜ਼ਿੰਦਗੀ ਦੇ ਅੰਦਰ ਜੇ ਸੱਚਮੁੱਚ ਕਿਸੇ ਨੇ ਸੁੱਖ ਲੈਣਾ ਹੈ, ਸ਼ਾਂਤ ਹੋਣਾ ਹੈ, ਤਾਂ ਸਤਿਗੁਰੂ ਜੀ ਦੇ ਇਹਨਾਂ ਦੋ ਬਚਨਾਂ ਨੂੰ ਜ਼ਿੰਦਗੀ 'ਚ ਪੱਲੇ ਬੰਨ੍ਹ ਕੇ ਰੱਖਣਾ ਪਵੇਗਾ। ਇੱਕ ਨਾਮ ਨੂੰ ਤੇ ਦੂਸਰਾ ਨਾਮ ਜਪਣ ਵਾਲਿਆਂ ਨੂੰ। ਇੱਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਤੇ ਦੂਸਰਾ ਉਹਨਾਂ ਦੇ ਚਰਨਾਂ 'ਚ ਬੈਠ ਕੇ ਸੰਗਤ, ਜੋ ਸਤ ਸੰਗਤ ਬੈਠ ਕੇ ਮਹਾਰਾਜ ਦਾ ਜਸ ਕਰਦੀ, ਗੁਰਬਾਣੀ ਕੀਰਤਨ ਰਾਹੀਂ, ਨਾਮ ਰਾਹੀਂ ਉਹਦੇ ਚਰਨਾਂ ਨਾਲ ਜੁੜਦੇ, ਉਹਨਾਂ ਦਾ ਅਦਬ ਸਤਿਕਾਰ ਚਾਹੀਦਾ ਹੈ। ਜਿੰਨੇ ਵੀ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਬਚਨਾਂ ਨੂੰ ਕਮਾਇਆ, ਉਹਨਾਂ ਦੀ ਮਹਿਮਾ ਵਡਿਆਈ ਸਤਿਗੁਰੂ ਆਪ ਜਗਤ ਦੇ ਸਾਹਮਣੇ ਪ੍ਰਗਟ ਕਰਦਾ। ਉਹ ਚਾਹੇ ਲੁਕ ਛਿਪ ਕੇ ਰਹਿਣਾ ਚਾਹਣ, ਸਤਿਗੁਰੂ ਰਹਿਣ ਨਹੀਂ ਦੇਵੇਗਾ। ਅਤੇ ਜੇ ਸਤਿਗੁਰੂ ਦੀ ਮੌਜ ਵੀ ਕਿਸੇ ਨੂੰ ਚੁੱਪ ਚੁਪੀਤੇ ਹੀ ਬੰਦਗੀ ਕਰਕੇ ਜਗਤ ਤੋਂ ਲੈ ਕੇ ਜਾਣਾ, ਅਤੇ ਫਿਰ ਉਹ ਕਦੇ ਪ੍ਰਗਟ ਹੋ ਨਹੀਂ ਸਕਣਗੇ। ਭਾਵੇਂ ਲੱਖ ਲੋਕੀ ਕਹਿਣ ਇਹ ਪੂਰਾ ਹੈ, ਕਿਸੇ ਦੀ ਕੋਈ ਸ਼ਰਧਾ, ਭਰੋਸਾ, ਵਿਸ਼ਵਾਸ ਹੀ ਨਹੀਂ ਬਣਨਾ। ਸਭ ਕੁਛ ਅਕਾਲ ਪੁਰਖ ਦੇ ਵੱਸ ਵਿੱਚ। ਅੱਜ ਆਪਾਂ ਗੁਰੂ ਕੇ ਪਿਆਰਿਓ ਗੱਲ ਕਰਨ ਲੱਗੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਅੰਤਾਂ ਦਾ ਪਿਆਰ ਕਰਨ ਵਾਲੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ। ਬਰਿਆਰ ਇੱਕ ਪਿੰਡ ਦਾ ਨਾਮ ਹੈ ਜੋ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ। ਇਹਨਾਂ ਮਹਾਂਪੁਰਖਾਂ ਦਾ ਜਨਮ 1918 ਵਿੱਚ ਹੋਇਆ ਅਤੇ 2 ਜਨਵਰੀ 1982 ਨੂੰ ਚੋਲਾ ਬਦਲਦੇ ਨੇ। ਸੋ 1918 ਤੋਂ 1982 ਤੱਕ ਦਾ ਸਮਾਂ, ਇਹ ਆਰੰਭ ਵਿੱਚ ਤਾਂ ਬੇਨਤੀ ਮੈਂ ਕਰਦਾ
ਤਾਂ ਕਿ ਸਾਡੀ ਸੁਰਤੀ, ਸਾਡੇ ਧਿਆਨ ਵਿੱਚ ਉਹ ਸਮਾਂ ਆਵੇ। ਕਿਉਂਕਿ ਜਦੋਂ ਵੀ ਕਿਸੇ ਸਤਿਪੁਰਖ ਦੀ ਗੱਲ ਹੁੰਦੀ, ਇੱਕਦਮ ਅੰਦਰ ਜਾਣਨਾ ਚਾਹੁੰਦਾ ਹੈ ਕਿ ਕਿੰਨੇ ਕੁ ਸਮੇਂ ਦੀ ਗੱਲ ਹੈ, ਉਦੋਂ ਕਿਹੋ ਜਿਹੇ ਹਾਲਾਤ ਹੋਣਗੇ। ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਤਿੰਨਾਂ ਮਹਾਂਪੁਰਖਾਂ ਦੇ ਸੰਬੰਧ ਅੰਦਰ ਇੱਕ ਬਹੁਤ ਪਿਆਰਾ ਬਚਨ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ, ਉਹ ਇਹ ਪ੍ਰੇਮ ਭਗਤ ਜਿਸ ਆਪੇ ਦੇ ਜਗ ਮੈਂ ਵਿਰਲੇ ਕੇ ਕਹਿੰਦੇ ਜਿਨ੍ਹਾਂ ਨੂੰ ਅਕਾਲ ਪੁਰਖ ਆਪਣਾ ਪਿਆਰ ਦੇਣ, ਭਗਤੀ ਕਰਾਉਣ, ਉਹ ਜਗਤ ਵਿੱਚ ਵਿਰਲੇ ਹੁੰਦੇ, ਕੋਈ ਵਿਰਲਾ। ਪਰ ਜਿਹੜੇ ਵਿਰਲੇ ਖਾਨ ਉਹ ਤਾਂ ਵਿਰਲੇ ਕਹੇ ਨਹੀਂ। ਸਾਨੂੰ ਹੁਕਮ ਹੈ ਮੋਹੇ ਨਿਰਗੁਣ ਗੁਣ ਕਿਛੂ ਨਾਖੇ, ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੇ। ਸਾਨੂੰ ਹੁਕਮ ਹੁੰਦਾ ਹੈ ਅਕਾਲ ਪੁਰਖ ਵਾਹਿਗੁਰੂ, ਸਾਡੇ ਵਿੱਚ ਗੁਣ ਕੋਈ ਨਹੀਂ, ਨਿਗੁਣੇ ਆ, ਪਰ ਤੇਰੀ ਦ੍ਰਿਸ਼ਟੀ ਵਿੱਚ ਤਮਾਮ ਖਜ਼ਾਨੇ ਭਰੇ ਪਏ ਨੇ, ਅਤੇ ਅਸੀਂ ਚਾਹੁੰਦੇ ਸਾਡੇ 'ਤੇ ਵੀ ਉਹ ਖਜ਼ਾਨਿਆਂ ਵਾਲੀ ਦ੍ਰਿਸ਼ਟੀ ਪਵੇ। ਪਰ ਉਹ ਕਿਵੇਂ ਪੈਂਦੀ, ਸਤਿਗੁਰੂ ਦਾ ਤਰੀਕਾ ਦੱਸਦੇ ਨੇ। ਜਿਨ੍ਹਾਂ 'ਤੇ ਉਹ ਦ੍ਰਿਸ਼ਟੀ ਪੈ ਗਈ ਉਹ ਵਿਰਲੇ ਬਣ ਗਏ। ਅਸੀਂ ਵੀ ਚਾਹੀਏ ਉਹ ਵਿਰਲੇ ਬਣੀਏ, ਵਿਰਲਿਆਂ ਵੱਲ ਤੁਰੀਏ। ਕਿਵੇਂ? ਨਾਨਕ ਦੀਨ ਜਾਚੈ ਤੇਰੀ ਸੇਵ, ਗਰੀਬ ਹੋ ਕੇ ਅੰਦਰੋਂ ਝੁਕ ਕੇ ਨਿਮਰਤਾ, ਗਰੀਬੀ ਖਲੀਮੀ ਖੋਵੇ। ਅਤੇ ਫਿਰ ਅੰਦਰੋਂ ਅਰਦਾਸ ਨਿਕਲੇ, ਕਰ ਕਿਰਪਾ ਦੀਜੈ ਗੁਰਦੇਵ। ਮੇਰੇ ਗੁਰੂਦੇਵ ਮੇਰੇ 'ਤੇ ਕਿਰਪਾ ਕਰ, ਸਾਨੂੰ ਉਹ ਮੇਰਾ ਵਾਲੀ ਦ੍ਰਿਸ਼ਟੀ ਦੇ, ਤਾਂ ਕਿ ਤੇਰੀ ਦ੍ਰਿਸ਼ਟੀ ਦਾ ਸੁੱਖ ਅਸੀਂ ਮਾਣ ਸਕੀਏ। ਜਿਨ੍ਹਾਂ ਨੇ ਮਾਣਿਆ, ਆਓ ਗੱਲ ਉਹਨਾਂ ਦੀ ਸ਼ੁਰੂ ਕਰਦੇ ਹਾਂ। ਨਿਰੰਕਾਰ ਨੇ ਦੁਨਿਆਵੀ ਮਾਤਾ ਜੋ ਤੇ ਪਿਤਾ ਦਾ ਦਰਜਾ ਦਿੱਤਾ, ਉਹਨੇ ਸਤਿਕਾਰਯੋਗ ਮਾਤਾ ਗੁਜਰ ਕੌਰ ਅਤੇ ਪਿਤਾ ਜੀ ਸਰਦਾਰ ਸੁੰਦਰ ਸਿੰਘ ਜੀ, ਪਿੰਡ ਬਰਿਆਰ ਸੀ, ਜ਼ਿਲ੍ਹਾ ਗੁਰਦਾਸਪੁਰ ਵਿੱਚ। ਨਿਰੰਕਾਰ ਦੀ ਕਿਰਪਾ ਸੀ, ਕੋਈ ਪੁਰਾਣੀਆਂ ਭਗਤੀਆਂ ਤੁਰੀਆਂ ਆਉਂਦੀਆਂ ਸਨ। ਪਰ ਇਸ ਜਨਮ ਦੇ ਅੰਦਰ ਜਿੱਥੇ ਸੰਤਾਂ 'ਤੇ ਬਹੁਤ ਕਿਰਪਾ ਸੀ ਪਰਮੇਸ਼ਰ ਦੀ, ਉੱਥੇ ਦੋ ਭੈਣਾਂ 'ਤੇ ਵੀ ਉਚੇਚੀ ਨਿਰੰਕਾਰ ਨੇ ਕਿਰਪਾ ਕਰਕੇ ਭੇਜੀ ਸੀ। ਰੂਹਾਂ ਹੁੰਦੀਆਂ ਨੇ ਨਾ, ਇਹ ਭਾਗਾਂ ਵਾਲਾ ਕੋਈ ਮਾਂ ਪਿਓ ਹੋਏਗਾ ਜਿਨ੍ਹਾਂ ਦੇ ਘਰ ਇੱਕ ਬੱਚਾ ਨਾਮ ਜਪਣ ਵਾਲਾ ਪੈਦਾ ਹੋ ਜਾਵੇ, ਸਤਿਗੁਰੂ ਅਸੀਸਾਂ ਦਾ ਢੇਰ ਲਾ ਦਿੰਦੇ। ਅਤੇ ਜਿਸ ਘਰ ਅੰਦਰ 3 ਹੋਣ ਗੁਰੂ ਕੇ ਪਿਆਰਿਓ, ਉਹਨਾਂ 'ਤੇ ਸਤਿਗੁਰੂ ਦੀ ਕਿੰਨੀ ਕੁ ਖੁਸ਼ੀ ਹੋਵੇਗੀ। ਇਹ ਐਵੇਂ ਨਹੀਂ ਹੁੰਦਾ, ਹਰ ਰੂਹ ਦਾ ਹਰ ਪਰਿਵਾਰ ਵਿੱਚ ਜਨਮ ਨਹੀਂ ਹੁੰਦਾ। ਵਿਦਵਾਨਾਂ ਦਾ ਕਥਨ ਹੈ, ਭੈੜੀ ਤੋਂ ਭੈੜੀ ਰੂਹ ਨੂੰ ਫਿਰ ਭੈੜਾ ਪਾਪਾਂ ਵਾਲੀ, ਬੁਰੇ ਕਰਮਾਂ ਵਾਲੀ ਕਿਸੇ ਮਾਂ ਦੀ ਕੁੱਖ ਦੀ ਲੋੜ ਪੈਂਦੀ ਹੈ। ਅਤੇ ਜਿਹੜੇ ਚੰਗੀਆਂ ਰੂਹਾਂ ਨੇ ਉਹਨਾਂ ਨੂੰ ਚੰਗੀ ਮਾਂ ਦੀ ਕੁੱਖ ਚਾਹੀਦੀ ਹੈ, ਚੰਗਾ ਮਾਹੌਲ ਚਾਹੀਦਾ। ਨਿਰੰਕਾਰ ਦੀ ਖੇਡ ਹੈ। ਗੱਲ ਕਰ ਰਹੇ ਸਾਂ ਮਹਾਂਪੁਰਖਾਂ ਦਾ ਜੀਵਨ ਜਿਵੇਂ ਆਮ ਤੌਰ 'ਤੇ ਹੁੰਦਾ ਹੀ ਹੈ। ਆਮ ਪਰਿਵਾਰਾਂ ਵਿੱਚ ਕੁਝ ਵੱਡੇ ਹੋਏ ਨੇ। ਆਰਮੀ ਵਿੱਚ ਭਰਤੀ ਹੋ ਰਹੀ ਸੀ 1938 ਵਿੱਚ, ਉੱਥੇ ਭਰਤੀ ਹੋ ਗਏ। ਵਾਹਿਗੁਰੂ ਜੀ ਨੇ ਜਿੱਥੋਂ ਅੰਦਰਲੀ ਭਗਤੀ ਨੂੰ ਜਗਾਉਣ ਦਾ ਸਬੱਬ ਬਣਾਇਆ, ਉਹ ਸਬੱਬ ਕੀ ਬਣਦਾ? ਇੱਕ ਵਾਰ ਇਹਨਾਂ ਦੇ ਨਾਲ ਹੀ ਸਨ ਗੁਰੂ ਕੇ ਪਿਆਰੇ ਸਰਦਾਰ ਸਵਰਨ ਸਿੰਘ ਸਾਹਿਬ। ਉਹਨਾਂ ਨੇ ਕਿਹਾ ਵੀ ਰਹਿਣ ਸਬਾਈ ਖਾਏ, ਅੱਜ ਸਾਰੀ ਰਾਤ ਕੀਰਤਨ ਹੋਣਾ, ਆਪਾਂ ਚੱਲੀਏ। ਕਹਿੰਦੇ ਜ਼ਰੂਰ ਚੱਲਦੇ ਹਾਂ। ਜਦੋਂ ਗਏ, ਉੱਥੇ ਗੁਰੂ ਕੇ ਪਿਆਰ ਵਾਲੀ ਕੋਈ ਰੰਗੀ ਰੂਹ ਸੀ, ਕਰ ਰਹੇ ਸਨ ਕੀਰਤਨ ਸਰਦਾਰ ਗੁਰਬਖਸ਼ ਸਿੰਘ ਜੀ ਜੱਪੋਵਾਲ, ਜ਼ਿਲ੍ਹਾ ਅੰਮ੍ਰਿਤਸਰ ਸੀ। ਜਦੋਂ ਕੀਰਤਨ ਕਰਦੇ ਸੀ ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਜਾ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਸੰਗਤ ਵਿੱਚ ਬਹਿ ਗਏ। ਬੈਠੇ ਤੇ ਸੰਗਤ ਵਿੱਚ ਸਾਰੇ ਹੁੰਦੇ ਨੇ, ਪਰ ਕਿਸੇ ਨੂੰ ਸਤਿਗੁਰੂ ਅੰਦਰੋਂ ਬਿਠਾ ਲੈਂਦਾ ਹੈ। ਫਰਕ ਹੈ ਨਾ, ਇੱਕ ਆਪ ਬੈਠਣਾ ਅਤੇ ਇੱਕ ਉਹਨੇ ਬਿਠਾ ਲੈਣਾ। ਪਿਆਰਿਓ, ਜਿਹੜੀਆਂ ਰੂਹਾਂ ਨੂੰ ਮਹਾਰਾਜ ਇਹ ਦਾਤ ਦਿੰਦੇ, ਉਹਨਾਂ ਲਈ ਇਹ ਗੱਲਾਂ ਆਮ ਨੇ। ਪਰ ਨਵੇਂ ਅਨੇਕਾਂ ਵੀਰ ਭੈਣ ਬਜ਼ੁਰਗ ਜਿਨ੍ਹਾਂ ਦੀ ਰੂਹ 'ਤੇ ਤਰਸਦੀ ਏ ਇਹ ਦਾਤਾਂ ਨੂੰ, ਪਰ ਉਹਨਾਂ ਨੂੰ ਕੋਈ ਇਹ ਮਾਹੌਲ ਮਿਲਦਾ ਹੀ ਨਹੀਂ। ਨਿੰਦਾ ਜਿੱਥੋਂ ਮਰਜ਼ੀ ਸੁਣਨ ਨੂੰ ਮਿਲ ਜਾਏ, ਵਿਰੋਧ, ਪਰ ਇਹ ਪਿਆਰ ਭਰੀਆਂ ਕਹਾਣੀਆਂ ਜੋ ਅੰਦਰ ਮੰਗਦਾ, ਉਹਦੀ ਦਾਤ ਜਗ੍ਹਾ ਜਗ੍ਹਾ 'ਤੇ ਮਹਾਰਾਜ ਨੇ ਵਿਰਲੀ ਵਿਰਲੀ ਜਗ੍ਹਾ ਖਿਲਾਰੀ ਹੁੰਦੀ ਏ। ਉਹ ਹਰ ਇੱਕ ਚੀਜ਼ ਦਾ
ਉਹ ਗਹਿਰਾਈ ਤੱਕ ਜਾਣਨਾ ਚਾਹੁੰਦੇ, ਉਹਨਾਂ ਨੂੰ ਸਾਹਮਣੇ ਰੱਖ ਕੇ ਗੱਲ ਕਰ ਰਿਹਾ ਵਾਂ। ਪਿਆਰਿਓ, ਪਹਿਲੀ ਗੱਲ ਬੈਠਣਾ ਤੇ ਬਿਠਾਣਾ। ਬੈਠਣ ਦਾ ਮਤਲਬ ਹੁੰਦਾ ਅਸੀਂ ਧਿਆਨ ਜੋੜਨ ਦਾ ਯਤਨ ਕਰੀਏ, ਸੰਗਤ ਵਿੱਚ ਜਾ ਕੇ ਨੇਤਰ ਬੰਦ ਹੋਣ, ਸਾਨੂੰ ਨਾ ਪਤਾ ਹੋਵੇ ਮੇਰੇ ਸੱਜੇ ਕੌਣ ਖੱਬੇ ਕੌਣ, ਇਹ ਨਾ ਵੇਖੀ ਜਾਈਏ ਕਿਹੜੇ ਕਿਹੜੇ ਵੀਰ ਭੈਣ ਆਏ ਨੇ ਕਿਹੜੇ ਨਹੀਂ। ਵੇਖੀਏ ਵੀ ਮੇਰਾ ਅੰਦਰ ਕਿੰਨਾ ਕੁ ਗੁਰੂ ਸ਼ਬਦ ਕੋਲ ਟਿਕਦਾ ਹੈ, ਉਧਰ ਯਤਨ ਚਾਹੀਦਾ ਹੈ। ਹਾਂ, ਮੈਂ ਗੱਲ ਕਰ ਰਿਹਾ ਸਾਂ ਵੀ ਉਹ ਇੱਕ ਯਤਨ ਕਰ ਰਿਹਾ ਹੋਵੇ ਕੋਈ ਵੀਰ ਭੈਣ, ਉਹ ਅਸੀਂ ਬੈਠਣ ਦਾ ਯਤਨ ਕਰਦੇ ਹਾਂ ਜਿਵੇਂ ਸਤਿਗੁਰੂ ਚਾਹੁੰਦੇ ਨੇ ਅਸੀਂ ਬਹੀਏ। ਪਰ ਇੱਕ ਹੁੰਦਾ ਬਿਠਾ ਲਵੇ। ਸੰਗਤ ਵਿੱਚ ਸਤਿਗੁਰੂ ਜੀ ਦੀ ਜਦੋਂ ਦ੍ਰਿਸ਼ਟੀ ਪੈਂਦੀ ਏ, ਉਹਦੀ ਦ੍ਰਿਸ਼ਟੀ ਕਿਵੇਂ ਪੈਂਦੀ ਹੈ ਤੇ ਉਹ ਜਾਣੇ। ਕਿਵੇਂ ਪਾਉਂਦਾ ਬਗੈਰ ਬੋਲਿਆਂ, ਫੁੱਲ ਬੋਲਦੇ ਤੇ ਨਹੀਂ ਪਰ ਸੁਗੰਧੀ ਆਪਣੇ ਆਪ ਅੰਦਰ ਆਉਂਦੀ ਏ। ਇਸੇ ਤਰ੍ਹਾਂ ਜਦੋਂ ਬਿਠਾਉਂਦਾ ਤੇ ਉਹ ਅੰਦਰੋਂ ਸੁਰਤੀ ਨੂੰ ਟਿਕਾ ਦਿੰਦਾ ਹੈ। ਮਨ ਜਿਹੜਾ ਉਹਦੀ ਮੌਤ ਹੋ ਜਾਂਦੀ ਏ। ਉਹ ਸੁਰਤੀ ਜਦੋਂ ਅੰਦਰੋਂ ਰਸ ਪੈਂਦੀ ਸਿੱਧੀ ਉਹਦੇ ਨਾਲ ਜੁੜਦੀ ਏ, ਉਹ ਫਿਰ ਕਹਾਣੀ ਕੁਝ ਹੋਰ ਏ। ਪਹਿਲੇ ਦਿਨ ਇਸ ਰਹਿਣ ਸਬਾਈ 'ਚ ਗਏ, ਜਦੋਂ ਕੁਝ ਘੰਟੇ ਕੀਰਤਨ ਸੁਣਿਆ, ਅੰਦਰ ਜੁੜ ਗਿਆ, ਸਤਿਗੁਰੂ ਦੀ ਕਲਾ ਵਰਤੀ। ਸਰਦਾਰ ਸਵਰਨ ਸਿੰਘ ਜੀ ਕਹਿੰਦੇ ਚੱਲੀਏ, ਕਹਿੰਦੇ ਮੈਨੂੰ ਸਵੇਰੇ ਲੈ ਜਾਇਓ। ਸਾਰੀ ਰਾਤ ਬੈਠੇ ਨੇ, ਕਿਉਂਕਿ ਅੰਦਰੋਂ ਕਿਸੇ ਨੇ ਬਿਠਾਇਆ, ਉੱਠਣ ਨੂੰ ਜੀ ਨਹੀਂ ਚਾਹੁੰਦਾ। ਉਹ ਦਾਤ ਹੀ ਐਸੀ ਏ ਜਿਹਨੂੰ ਕਿਰਪਾ ਕਰਕੇ ਦੇਵੇ ਨਾ, ਜਿਸ ਦੇਵੈ ਪੁਰਖ ਵਿਦਾਤਾ, ਹਰ ਰਸ ਤਿਨ ਕੀ ਜਾਤਾ, ਉਹ ਮੁੜ ਕੇ ਉੱਠੇਗਾ ਕਾਹਦੇ ਲਈ? ਉਹਦੇ ਲਈ ਆ ਰਾਜ ਭਾਗ ਕੁਛ ਵੀ ਨਹੀਂ ਰਹਿ ਜਾਂਦੇ। ਕੌਣ ਚੰਗਾ ਕਹਿੰਦਾ ਕੌਣ ਮਾੜਾ, ਨੌਕਰੀ ਮਿਲਦੀ ਏ ਜਾਂਦੀ ਜਾਏ, ਘਰ ਛੱਡਦਾ ਬਚਦਾ, ਪਰਵਾਹ ਨਹੀਂ। ਉਹ ਜਿਹੜੀ ਦਾਤ ਜਦੋਂ ਕਿਸੇ ਨੂੰ ਤਰੁੱਟ ਕੇ ਦੇਵੇ, ਉਹ ਦਾਤ ਸਤਿਗੁਰੂ ਜੀ ਨੇ ਦਿੱਤੀ। ਮੈਂ ਇੱਕ ਦੋ ਇੱਥੇ ਬੇਨਤੀ ਜ਼ਰੂਰ ਕਰਨਾ ਚਾਹਾਂਗਾ। ਇੱਕ ਤੇ ਜਦੋਂ ਕੋਈ ਸਾਨੂੰ ਪ੍ਰੇਰਨਾ ਕਰੇ ਆਓ ਸੰਗਤ ਵਿੱਚ ਚੱਲੀਏ, ਕਦੇ ਇਹ ਨਾ ਪੁੱਛੀਏ ਉੱਥੇ ਕਿਹੜੇ ਸੰਸਥਾ ਵੱਲੋਂ ਕੀਰਤਨ ਹੋ ਰਿਹਾ, ਕਿਉਂਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ, ਉਹਨਾਂ ਦੇ ਚਰਨਾਂ 'ਚ ਕੋਈ ਮਹਾਂਪੁਰਖ ਬੈਠ ਕੇ ਨਾਮ ਜਪਾ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਵੀਰ ਕੋਈ ਭੈਣ ਕੋਈ ਵੀ ਹੋਵੇ, ਸਾਨੂੰ ਉਹਦੇ ਨਾਲ ਕੀ ਵਾਸਤਾ? ਸਾਨੂੰ ਵਾਸਤਾ ਹੈ ਸਤਿਗੁਰੂ ਨਾਲ ਅਤੇ ਉਹਦੇ ਪਿਆਰਿਆਂ ਨਾਲ। ਸਾਹਿਬ ਗੁਰੂ ਗ੍ਰੰਥ ਸਾਹਿਬ ਅੰਦਰ ਜਦੋਂ ਨਾਮ ਜਪਣ ਵਾਲਿਆਂ ਦੀ ਗੱਲ ਕਰਦੇ, ਕਦੇ ਉਹ ਫਰਕ ਪਾਉਂਦੇ ਆ ਵੀ ਇਹ ਫਲਾਣੀ ਸੰਸਥਾ ਹੋਵੇ, ਇਹਦੇ ਨਾਲ ਭਾਈ ਜੁੜਿਆ ਹੋਵੇ ਜਾਂ ਸੰਤ ਜੁੜਿਆ ਹੋਵੇ, ਜਾਂ ਇਹਨਾਂ ਨਾਲ ਕੋਈ ਹੋਰ ਸ਼ਬਦ ਜੁੜਿਆ ਹੋਵੇ? ਨਹੀਂ, ਇਹ ਕਹਿਣਗੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਜਾਂ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਬਚਨ ਉੱਥੇ ਜਿਨੀ ਨਾਮ ਧਿਆਇਆ, ਇਹ ਨਹੀਂ ਕਿਹਾ ਭਈ ਉੱਥੇ ਕਿਹੜਾ ਕੋਈ ਪੁਰਖ ਹੈ ਜਾਂ ਬੀਬਾ ਹੈ, ਕੌਣ ਹੈ, ਨਹੀਂ, ਸਰੀਰਾਂ ਦੇ ਨਾਮ ਨਹੀਂ। ਕਿਸੇ ਵੀ ਸਰੀਰ ਰਾਹੀਂ ਉਹਦਾ ਕੋਈ ਜਸ ਕਰ ਰਿਹਾ। ਆਪਾਂ ਰਹਿਰਾਸ ਜੀ ਦਾ ਬਚਨ ਪੜ੍ਹਿਆ ਨਾ ਪਹਿਲਾਂ, ਨਾ ਕਹੋ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ। ਜਿਨ੍ਹਾਂ ਨੂੰ ਰੱਬ ਨਹੀਂ ਭੁੱਲਦਾ, ਮੈਨੂੰ ਉਹਨਾਂ ਦੀ ਸ਼ਰਨ ਵਿੱਚ ਮਹਾਰਾਜ ਜੀ ਪਾਓ, ਮੈਂ ਉਹਨਾਂ ਦੀ ਸ਼ਰਨ ਮੰਗਦਾ, ਉੱਥੋਂ ਲਾਭ ਹੋਏਗਾ। ਸੋ ਸਰਦਾਰ ਸਵਰਨ ਸਿੰਘ ਜੀ ਤੇ ਲੈ ਗਏ ਕੀਰਤਨ ਸੁਣਾਉਣ, ਪਰ ਕੀ ਜਾਣਦੇ ਸਨ ਅੱਜ ਦਾ ਕੀਰਤਨ ਸੰਤ ਕਰਤਾਰ ਸਿੰਘ ਜੀ ਉਹਨਾਂ ਦੇ ਤੇ ਸਾਥੀ ਨੇ। ਇੱਕ ਉਦੋਂ ਸੰਤੇ ਨਹੀਂ ਨਾ, ਸੰਤੋਂ ਨੇ ਸਾਰੀ ਜ਼ਿੰਦਗੀ ਅਖਵਾਇਆ ਹੀ ਨਹੀਂ, ਗ੍ਰਸਤ ਵਿੱਚ ਪਏ ਨੇ। ਸਤਿਕਾਰ ਨਾਲ ਸੰਗਤ ਉਹਨਾਂ ਨੂੰ ਪਾਪਾ ਜੀ ਕਹਿ ਕੇ ਬੁਲਾਉਂਦੀ ਹੈ, ਜਿਵੇਂ ਕੋਈ ਬੱਚੇ ਬੁਲਾਉਂਦੇ, ਕੋਈ ਸਤਿਕਾਰਯੋਗ ਹਸਤੀਆਂ ਇਲਾਕੇ 'ਚ ਪ੍ਰਚਲਿਤ ਸ਼ਬਦ ਹੁੰਦੇ ਨੇ। ਕਿਸੇ ਇਲਾਕੇ 'ਚ ਕਹਿਣਗੇ ਬਾਈ ਜੀ ਵੱਡਿਆਂ ਨੂੰ, ਕਿਸੇ 'ਚ ਭਾ ਜੀ, ਕਿਸੇ ਨੂੰ ਹੋਰ ਵੱਖਰੇ ਵੱਖਰੇ ਨੇ। ਤੋ ਇਹਨਾਂ ਸੰਤਾਂ ਦੇ ਨਾਲ ਹੁਣ ਵੀ ਪਿਆਰ ਵਾਲੀ ਸਾਰੀ ਸੰਗਤ ਜਦੋਂ ਗੱਲ ਕਰੇਗੀ ਤਾਂ ਉਹਨਾਂ ਦੇ ਮੂੰਹ ਤੋਂ ਸੰਤ ਸ਼ਬਦ ਘੱਟ ਆਏਗਾ ਅਤੇ ਪਾਪਾ ਜੀ ਸ਼ਬਦ ਵੱਧ ਆਏਗਾ। ਵੱਡੇ ਬਜ਼ੁਰਗਾਂ ਨੂੰ, ਪਿਤਾ ਨੂੰ ਕਹਿਣਾ। ਅਤੇ ਗੱਲ ਕਰ ਰਹੇ ਸਾਂ ਭਈ ਜਦੋਂ ਉਹ ਲੈ ਕੇ ਗਏ ਉੱਥੇ ਕਲਾ ਵਰਤੀ, ਸਵੇਰੇ ਆਏ, ਉਹ ਜਿਹੜੀ ਪੁਰਾਣੀ ਭਗਤੀ ਸੀ ਉਹ ਜਾਗ ਪਈ। ਜਗਾਣੀ ਹੁੰਦੀ ਹੈ ਨਾ, ਇਹ ਸਬੱਬ ਬਣਦਾ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੀਬੀ ਅਮਰੋ ਕੋਲ ਇੱਕ ਸ਼ਬਦ ਸੁਣਦੇ ਨੂੰ ਸਬੱਬ ਬਣ ਗਏ ਨਾ, ਵਿਧੀ ਬਣ ਗਈ। ਵਿਧੀ
ਇਹ ਨਹੀਂ ਹੁੰਦਾ ਵੀ ਇੱਕ ਸ਼ਬਦ ਨੇ ਕਲਾ ਵਰਤਾ ਦਿੱਤੀ, ਨਹੀਂ। ਉਹ ਸ਼ਬਦ ਇੱਕ ਦੇ ਰਾਹੀਂ ਸਤਿਗੁਰੂ ਜੀ ਨੇ ਅਗਲੇ ਖਜ਼ਾਨੇ ਖੋਲ੍ਹਣੇ ਹੁੰਦੇ ਨੇ। ਉਹਨਾਂ ਦੀ ਮੌਜ ਵੀ ਕਦੋਂ ਕਿਵੇਂ ਸਬੱਬ ਬਣਾਉਣਾ, ਉਹ ਸਬੱਬ ਬਣਿਆ ਕੀਰਤਨ ਦਾ, ਸੰਗਤ ਦਾ। ਬਸ ਰੰਗ ਲੱਗ ਕੇ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਨੇ ਮਿਹਰ ਕੀਤੀ ਸੀ। 1946 ਵਿੱਚ ਆਨੰਦ ਕਾਰਜ ਵੀ ਖੋ ਗਿਆ, ਗ੍ਰਸਤ ਵਿੱਚ ਪੈ ਗਏ। ਸਤਿਗੁਰੂ ਜੀ ਨੇ ਅੱਗੋਂ ਕਿਰਪਾ ਕਰਕੇ ਜਿਸ ਬੀਬਾ ਦੇ ਲੜ ਜੋ ਇਹਨਾਂ ਦੇ ਲੱਕੀ ਬੀਬੀ ਚਰਨ ਕੌਰ ਜੀ, ਉਹ ਪਿੰਡ ਰੰਗੜ ਦੇ ਗੁਰਦਾਸਪੁਰ 'ਤੇ ਸਨ। ਸੋ ਉੱਥੇ ਗੱਲ ਖੈਰੀ ਪਰਿਵਾਰ ਦੀ ਹੈ। ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦਾ ਪਰਿਵਾਰ ਹੱਸਦਾ ਖੇਡਦਾ ਅੱਜ ਵੀ ਮੌਜੂਦ ਹੈ। 2 ਬੇਟੇ ਸਰਦਾਰ ਚਮਕੌਰ ਸਿੰਘ, ਜੋਗਿੰਦਰਪਾਲ ਸਿੰਘ ਟੋਰਾਂਟੋ ਨੇ ਇਸ ਵਕਤ ਪਰਿਵਾਰ ਸਮੇਤ ਰਹਿ ਰਹੇ ਕੈਨੇਡਾ ਦੀ ਧਰਤੀ 'ਤੇ, ਅਤੇ 2 ਬੱਚੀਆਂ 'ਚੋਂ 3 ਨੇ ਉਹਦੀਆਂ ਬੱਚੀਆਂ ਤੋਂ ਵੱਡੀ ਬੇਟੀ ਮਨਜਿੰਦਰ ਕੌਰ, ਜਿਨ੍ਹਾਂ ਨੂੰ ਸਾਰੇ ਸਤਿਕਾਰਯੋਗ ਭੈਣ ਨੂੰ ਰਾਣੀ ਕਹਿ ਕੇ ਬੁਲਾਉਂਦੇ ਹਨ। ਪਿਆਰਿਓ ਉਹਨਾਂ ਦੇ ਉਹ ਵੀ ਟੋਰਾਂਟੋ ਵਿਖੇ ਰਹਿ ਰਹੇ ਨੇ। ਉਹਨਾਂ ਦੇ ਪਤੀ ਸਤਿਕਾਰਯੋਗ ਭਾਈ ਪਲਵਿੰਦਰ ਸਿੰਘ ਜੀ ਹੈਡ ਗ੍ਰੰਥੀ ਨੇ ਡਿਕਸੀ ਗੁਰੂ ਘਰ ਦੇ ਲੰਬੇ ਸਮੇਂ ਤੋਂ। ਮਹਾਰਾਜ ਦੀ ਕਿਰਪਾ ਹੈ, ਸਾਰੇ ਭਜਨ ਬੰਦਗੀ ਵਾਲੇ। ਦੂਸਰੀ ਭੈਣ ਵੀ ਇੱਥੇ ਹਰਜਿੰਦਰ ਕੌਰ, ਇੱਕ ਬੀਬਾ ਪਰਮਜੀਤ ਕੌਰ ਇੰਡੀਆ ਸਨ। ਸੋ 3 ਭੈਣਾਂ, ਇਹ 2 ਭਰਾ ਚਮਕੌਰ ਸਿੰਘ ਜੀ ਇੰਡੀਆ ਪਿੰਡ ਹੀ। ਉਹ ਖੈਰ ਇਹ ਉਹਨਾਂ ਦਾ ਬਾਗ ਪਰਿਵਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਦਾ ਉਹਨਾਂ ਨੂੰ ਜੋੜਨ ਅਤੇ ਜੋੜ ਕੇ ਰੱਖਣ। ਗੱਲ ਕਰ ਰਹੇ ਸਾਂ, ਇੱਕ ਪਾਸੇ ਗ੍ਰਸਤ ਵਿੱਚ ਪੈ ਗਏ ਨੇ। ਜਦੋਂ ਆਰਮੀ ਵਿੱਚ ਇੱਕ ਦਿਨ ਪਰੇਡ ਖੋ ਰਹੀ ਸੀ, ਇਹ ਕਿਸੇ ਆਨੰਦ ਵਿੱਚ ਬੈਠੇ ਨੇ ਅਤੇ ਪਰੇਡ 'ਤੇ ਪਹੁੰਚੇ ਨੇ। ਉਦ ਨਿਰੰਕਾਰ ਨੇ ਇੱਕ ਹੋਰ ਰੂਪ ਬਣਾ ਕੇ ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦਾ ਉੱਥੇ ਆਪ ਉਹ ਡਿਊਟੀ ਨਿਭਾ ਦਿੱਤੀ। ਜਦੋਂ ਖਬਰ ਮਿਲੀ, ਬਸ ਉਹਦੇ ਕਹਿਣ ਲੱਗੇ, ਫਿਰ ਜਿਹਨੇ ਅੱਜ ਸਾਡੇ ਲਈ ਪਹਿਰਾ ਦਿੱਤਾ, ਡਿਊਟੀ ਨਿਭਾਈ, ਅਸੀਂ ਹੁਣ ਜ਼ਿੰਦਗੀ ਭਰ ਉਹਦੀ ਡਿਊਟੀ ਨਿਭਾਵਾਂਗੇ। ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਜਦੋਂ ਆਏ, ਕਿਉਂਕਿ ਨਿਰੰਕਾਰ ਦਾ ਸੁਭਾਅ ਹੈ, ਬਾਬਾ ਕਰਮ ਸਿੰਘ ਜੀ ਦੀ ਜਗ੍ਹਾ 'ਤੇ ਪਹਿਰਾ ਦੇਣਾ, ਭਗਤ ਸੈਣ ਜੀ ਦੀ ਜਗ੍ਹਾ 'ਤੇ ਨਿਰੰਕਾਰ ਨੇ ਪਹਿਰਾ ਦੇਣਾ। ਦਿੰਦਾ ਤੇ ਉਹ ਸਾਰਿਆਂ ਦੀ ਜਗ੍ਹਾ 'ਤੇ ਉਹ ਆਪ ਹੀ ਹੈ, ਪਰ ਇਹ ਬਾਹਰੋਂ ਦਿਖਾ ਦੇਣਾ ਕਿਸੇ ਨੂੰ। ਬਸ ਅਸਤੀਫਾ ਦੇ ਕੇ ਫਿਰ ਬਣਿਆ ਅੰਦਰ ਚਾਹ ਪਈ, ਸਾਈਕਲ 'ਤੇ ਯਾਤਰਾ ਕਰਨੀ। 3 ਮਹੀਨੇ ਸਾਈਕਲ 'ਤੇ ਯਾਤਰਾ ਕਰਦੇ ਰਹੇ। ਫਿਰ ਰੱਬ ਨੇ ਸਬੱਬ ਬਣਾਇਆ, ਭਲਾਈ ਉੱਥੇ ਨੌਕਰੀ ਦੇ ਸੰਬੰਧ ਵਿੱਚ ਉੱਥੇ ਚਲੇ ਗਏ ਪਲਾਂਟ 'ਤੇ। ਬਸ ਫਿਰ ਕਿਸੇ ਉਹਨਾਂ ਚਿਰ ਨੂੰ ਅੰਦਰ ਜਿਹੜੇ ਰੰਗ ਸੀ ਉਹ ਲੱਗਦੇ ਬਹੁਤ ਉੱਚੀਆਂ ਅਵਸਥਾਵਾਂ 'ਤੇ ਪਹੁੰਚ ਗਏ। ਇਹ 'ਚ ਇੱਕ ਮੈਂ ਹੋਰ ਬੇਨਤੀ ਕਰਨਾ ਚਾਹਾਂਗਾ, ਪਰ ਇਹਨਾਂ ਗੱਲਾਂ ਨੂੰ ਸਾਨੂੰ ਬਹੁਤ ਧਿਆਨ ਕਰਨਾ ਚਾਹੀਦਾ ਹੈ। ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਦੇ ਹਾਂ, ਕਦੇ ਢਿੱਲ ਨਹੀਂ ਕਰਨੀ ਚਾਹੀਦੀ। ਕੀ ਪਤਾ ਉਹ ਇਹ ਜਿਹੜੀ ਅੱਜ ਦੀ ਸੰਗਤ ਹੈ, ਇਹਨੇ ਸਾਡੇ ਪੂਰੇ ਜੀਵਨ ਨੂੰ ਪਲਟਣਾ ਖੋਵੇ। ਅਸੀਂ ਕਹੇ ਚਲੋ ਕੋਈ ਨਹੀਂ, ਆਪਾਂ ਕੱਲ੍ਹ ਚੱਲਾਂਗੇ ਜਾਂ ਅਗਲੇ ਚੱਲਾਂਗੇ, ਕੌਣ ਕਰ ਰਿਹਾ ਉੱਥੇ ਰੋਜ਼ ਜਾਈਦਾ। ਨਹੀਂ, ਇਹ ਦਾਤ ਰੱਬੀ ਉਹਦੇ ਹੱਥ ਵਿੱਚ ਹੈ। ਪਤਾ ਨਹੀਂ ਉਹਨੇ ਕਿਹੜੇ ਦਿਨ ਅਤੇ ਕਿਹੜੇ ਵਕਤ ਉਹ ਸਾਨੂੰ ਦੇਣੀ ਹੈ। ਸਾਨੂੰ ਹਰ ਵਕਤ ਤਿਆਰੀ ਰੱਖਣੀ ਚਾਹੀਦੀ। ਨਾਲੇ ਤੇ ਅਰਦਾਸਾਂ ਕਰਦੇ, ਮਹਾਰਾਜ ਕਿਰਪਾ ਕਰੋ, ਅਤੇ ਕਿਰਪਾ ਲੈਣ ਲਈ ਆਪਣਾ ਸਿਆਣਪ ਦਈਏ ਵੀ ਕੱਲ੍ਹ ਵੇਖਾਂਗੇ, ਹਫ਼ਤੇ ਬਾਅਦ ਇਕੱਠੇ ਹੋਵਾਂਗੇ, ਫਿਰ ਵੇਖਾਂਗੇ। ਇਹ ਤਾਂ ਆਪਣੀ ਮਰਜ਼ੀ ਹੋਈ ਨਾ। ਉਹਨੇ ਕਿਰਪਾ ਅੱਜ ਕਰਨੀ ਸੀ, ਤੁਸੀਂ ਕਹਿੰਦੇ ਸੈਚਰਡੇ ਸੰਡੇ ਮੈਂ ਤੇ ਜਾਣਾ ਹੈ, ਪਰ ਇਹ ਤਾਂ ਫਿਰ ਅਸੀਂ ਉਹਦੀ ਕਿਰਪਾ ਤੋਂ ਵਾਂਝੇ ਰਹਾਂਗੇ। ਦੂਜੀ ਗੱਲ, ਜਿਹੜੀਆਂ ਚੰਗੀਆਂ ਕਿਤਾਬਾਂ ਹੁੰਦੀਆਂ ਨੇ, ਸਤਿਪੁਰਖਾਂ ਦੇ ਜੀਵਨ, ਮਹਾਰਾਜ ਜੀ ਦੇ ਜਸ, ਪੁਰਾਤਨ ਗੁਰਸਿੱਖਾਂ ਦੇ ਜਾਂ ਜਪਣ ਵਾਲੇ ਗੁਰਸਿੱਖਾਂ ਦੀਆਂ ਕਾਲਨਾਵਾਂ ਜੋ ਹਨ, ਉਹ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ। ਸੰਤ ਕਰਤਾਰ ਸਿੰਘ ਜੀ, ਸਰਦਾਰ ਕਬੀਰ ਸਿੰਘ ਬੇਰ ਦਾ ਜਿਹੜਾ ਰਸਾਲਾ ਨਿਕਲਦਾ ਸੀ, ਆਤਮ ਸਾਇੰਸ, ਉਹਦੇ ਲਾਈਫ ਮੈਂਬਰ ਸੀ। ਉਹ ਆਪ ਵੀ ਪੜ੍ਹਨਾ ਅਤੇ ਬਾਕੀਆਂ ਨੂੰ ਵੀ ਪ੍ਰੇਰਨਾ ਕਰਨੀ ਵੀ ਪੜ੍ਹੋ, ਕਿਉਂਕਿ ਉੱਥੇ ਉਹ ਅੰਦਰ ਦੀ ਕਹਾਣੀ ਦਾ ਜ਼ਿਕਰ ਕਰਦੇ ਸੀ। ਉਹਦੀਆਂ ਅਨੇਕਾਂ ਪੁਸਤਕਾਂ ਨੇ, ਪਿਆਰ ਵਾਲੇ ਪੜ੍ਹਦੇ ਨੇ। ਜਿਹੜੇ ਸਰਾਹ ਦੇ ਪਾਂਧੀ ਨਹੀਂ ਹੁੰਦੇ, ਉਹਨਾਂ ਨੂੰ ਕਹਾਣੀਆਂ ਲੱਗਦੀਆਂ ਨੇ ਐਵੇਂ ਜਿਹੀਆਂ ਹੀ। ਪਰ ਗੁਰੂ ਕੇ ਪਿਆਰਿਓ, ਗੱਲ ਕਰੀਏ, ਮਹਾਰਾਜ ਜੀ ਨੇ ਮਿਹਰ ਕੀਤੀ ਭਈ ਉਹ ਰਸਾਲਾ ਪੜ੍ਹਨਾ ਅਤੇ ਕਿਸੇ ਨੂੰ ਪ੍ਰੇਰਨਾ ਕਰਨੀ ਅਤੇ ਉਹਨੂੰ ਕਹਿਣਾ
ਇਹ ਰਸਾਲਾ ਪੜ੍ਹਨਾ, ਇਹਦੇ ਰਾਹੀਂ ਹੀ ਤੁਹਾਨੂੰ ਸੰਗਤ ਮਿਲੇਗੀ। ਭਾਵ ਅੰਦਰੋਂ ਜੋ ਸੰਗਤ ਵਿੱਚ ਬੈਠ ਕੇ ਕਲਾ ਵਰਤਦੀ, ਉਹ ਇੱਥੋਂ ਰਾਹ ਮਿਲੇਗਾ ਤੇ ਮਿਲਿਆ ਵੀ। ਇੱਕ ਵਾਰ ਕਿਉਂਕਿ ਮੈਂ ਬੇਨਤੀ ਕਰਾਂ, ਇੱਕ ਬਹੁਤ ਵੱਡਾ ਪਰਉਪਕਾਰ ਕੀਤਾ ਹੈ। 3 ਹਸਤੀਆਂ ਨੇ ਮਿਲ ਕੇ ਸਤਿਕਾਰਯੋਗ ਸਰਦਾਰ ਜੋਗਿੰਦਰ ਸਿੰਘ ਜੀ ਚੋਪੜਾ, ਜਥੇਦਾਰ ਗੁਰਨਾਮ ਸਿੰਘ ਜੀ ਤੇ ਬੀਬੀ ਗੁਰਬਖਸ਼ ਕੌਰ ਜੀ, ਇਹਨਾਂ ਤਿੰਨਾਂ ਨੇ 2006 ਵਿੱਚ ਮਹਾਂਪੁਰਖਾਂ ਦੇ ਜੀਵਨ ਦੇ ਸੰਬੰਧ ਅੰਦਰ ਕੁਝ ਘਟਨਾਵਾਂ ਇਕੱਠੀਆਂ ਕਰਕੇ ਇੱਕ ਕਿਤਾਬ ਲਿਖੀ ਤੇ ਨਾਂ ਉਹਦਾ ਰੱਖਿਆ ਵਿਰਲੇ ਕੇ। ਕਿਤਾਬ ਵਿੱਚ ਕਦੇ ਵੀ ਕੋਈ ਕਿਸੇ ਵੀ ਮਹਾਂਪੁਰਖ ਨੂੰ ਪਿਆਰ ਕਰਨ ਵਾਲਾ ਉਹਨਾਂ ਦੇ ਜੀਵਨ ਨੂੰ ਨਹੀਂ ਲਿਖ ਰਿਹਾ ਹੁੰਦਾ, ਕਿਉਂਕਿ ਉਹ ਤੇ ਹਰ ਰੋਜ਼ ਇਨ ਸੰਗਤ ਨੂੰ ਮਿਲਣਾ, ਕਿੰਨਿਆਂ ਤੇ ਕੀ ਕਲਾ ਵਰਤਣੀ, ਜੇ ਉਹਨਾਂ ਦੇ ਸਾਹਮਣੇ ਵੀ ਹੋ ਤੇ ਅੰਦਰ ਦੀ ਕਹਾਣੀ ਦੂਸਰਾ ਤੇ ਜਾਣ ਨਹੀਂ ਸਕਦਾ। ਪਰ ਉਹਦੇ 'ਚੋਂ ਕੁਛ ਕੁ ਇਹੋ ਜਿਹੇ ਗੁਣ ਇਕੱਠੇ ਕਰਦੇ ਨੇ ਪਿਆਰ ਵਾਲੇ, ਜਿਨ੍ਹਾਂ ਨੂੰ ਕਿਤਾਬ ਦੀ ਸ਼ਕਲ ਦਿੰਦੇ ਤਾਂ ਕਿ ਦੂਸਰੇ ਨੂੰ ਪ੍ਰੇਰਨਾ ਮਿਲ ਸਕੇ। ਸੋ ਇਹਨਾਂ ਤਿੰਨਾਂ ਪਿਆਰ ਵਾਲਿਆਂ ਨੇ ਸਾਡੇ 'ਤੇ ਪਰਉਪਕਾਰ ਕੀਤਾ ਹੈ, ਕਲਮ ਚਲਾਈ ਤਾਂ ਕਿ ਉਸ ਬੰਦਗੀ ਵਾਲੀ ਰੂਹ ਤੋਂ ਲਾਭ ਲਿਆ ਜਾ ਸਕੇ। ਕਿਉਂਕਿ ਕਿਤੇ ਹੋਰ ਚੇਤਾ ਰੱਖਣਾ, ਕਦੇ ਵੀ ਕਿਸੇ ਸਾਧੂ ਦੀ, ਮਹਾਂਪੁਰਖ ਦੀ ਦੂਸਰੇ ਨਾਲ ਤੁਲਨਾ ਨਾ ਕਰੋ। ਹਰ ਕਿਸੇ ਦੀ ਸਤਿਗੁਰੂ ਨੇ ਡਿਊਟੀ ਲਾਈ ਹੁੰਦੀ ਹੈ ਵੱਖਰੀ ਵੱਖਰੀ। ਇਹ ਉਹਨੂੰ ਅਸੀਂ ਚਾਹੁੰਦੇ ਹਾਂ ਵੀ ਉਹ ਮਹਾਂਪੁਰਖ ਹੈ, ਇਸ ਤਰ੍ਹਾਂ ਕਿਰਪਾ ਕਰਦਾ ਸੀ, ਇਹ ਕਿਉਂ ਨਹੀਂ ਉਹ ਕਿਰਪਾ ਕਰਦੇ। ਇਹ ਮਹਾਂਪੁਰਖ ਨੂੰ ਇੱਕ ਤੇ ਉਹਦਾ ਹੁਕਮ, ਦੂਸਰਾ ਹਰ ਜਗਿਆਸੂ ਦੀ ਵੱਖਰੀ ਤਰ੍ਹਾਂ ਦੀ ਸਟੇਜ ਹੁੰਦੀ ਹੈ। ਉਹ ਸਟੇਜ ਦਾ ਸਾਨੂੰ ਤੇ ਪਤਾ ਨਹੀਂ ਹੁੰਦਾ, ਅਸੀਂ ਤੇ ਕਾਲੇ ਹਾਂ। ਸੰਤ ਬਾਬਾ ਕਰਤਾਰ ਸਿੰਘ ਬਰਿਆਰਾਂ ਵਾਲਿਆਂ ਨੂੰ ਸਤਿਗੁਰੂ ਜੀ ਨੇ ਤਰਸ ਕਰਕੇ ਜੋ ਵੱਡੀ ਦਾਤ ਦਿੱਤੀ ਸੀ, ਉਸੇ ਅਣਖਦ ਸ਼ਬਦ ਦਾ ਸੁਣਨਾ ਤੇ ਉੱਚੀ ਬੋਲਣਾ, ਉਹ ਅਣਖਦ ਸ਼ਬਦ ਸੰਗਤ ਨੂੰ ਸੁਣਾਉਣਾ, ਸਹਿਜ ਧੁਨ ਸੁਣਾਉਣੀ। ਆਮ ਤੌਰ 'ਤੇ ਉਹ ਸਾਰਿਆਂ ਨੂੰ ਇਸ ਤਰ੍ਹਾਂ ਓਪਨਲੀ ਖੁੱਲ੍ਹਾ ਨਹੀਂ ਕਦੇ ਸੁਣਾਇਆ ਜਾਂਦਾ, ਬੰਦਗੀ ਕਰਕੇ ਹਰ ਕਿਸੇ ਨੂੰ ਅੰਦਰੋਂ ਸੁਣਦਾ। ਹਾਂ, ਸਹਿਜ ਸੁਭਾਏ ਜਪਣ ਵਾਲਿਆਂ ਦੇ ਕੋਲੋਂ ਉਹ ਆਵਾਜ਼ ਉੱਚੀ ਹੋ ਜਾਵੇ, ਇਹ ਵੱਖਰੀ ਗੱਲ ਹੈ। ਪਰ ਇਹਨਾਂ ਨੂੰ ਸਾਹਿਬਾਂ ਸੱਚੇ ਪਾਤਸ਼ਾਹ ਜੀ ਨੇ ਅੰਦਰੋਂ ਹੁਕਮ ਕੀਤਾ ਹੋਏਗਾ ਸੰਗਤ ਵਿੱਚ ਬੈਠ ਕੇ ਸੁਣਾਉਣਾ, ਕਿਉਂਕਿ ਉਹਨਾਂ ਨੂੰ ਪਿਆਰ ਕਰਨ ਵਾਲੀ ਸੰਗਤ ਮਹਾਰਾਜ ਮਿਲਾਉਂਦੇ ਰਹਿੰਦੇ ਨੇ। ਸਤਿਗੁਰੂ ਜੀ ਦੀ ਕਿਰਪਾ ਨਾਲ ਜਦੋਂ ਦਮਦਮੀ ਟਕਸਾਲ ਮਹਿਤੇ ਰਹਿੰਦੇ ਸਨ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਕੋਲ ਬੱਚੇ ਸਾਂ, ਛੋਟੇ ਸੀ। ਕਿਉਂਕਿ ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਦਾ ਇਹਨਾਂ ਮਹਾਂਪੁਰਖਾਂ ਦਾ ਟਕਸਾਲ ਨਾਲ ਬਹੁਤ ਵਧੇਰੇ ਪਿਆਰ ਸੀ। ਇਹ ਪਿਆਰ ਸੰਤ ਕਰਤਾਰ ਸਿੰਘ ਜੀ ਖਾਲਸਾ ਤੋਂ ਸ਼ੁਰੂ ਹੋਇਆ ਸੀ ਤੇ ਅਕਸਰ ਹੀ ਟਕਸਾਲ ਵਿੱਚ ਜ਼ਿਕਰ ਹੋਣਾ। ਪਿੰਡ ਦੀਵਾਨ ਵੀ ਸੀ ਪ੍ਰਿਆਰੀ, ਜਦੋਂ ਉਦੋਂ ਵੀ ਸੰਗਤ ਕੀਤੀ। ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਵੀ ਖੋਏ, ਭਾਵੇਂ ਥੋੜ੍ਹਾ ਚਿਰ ਹੀ ਖੋਏ, ਪਰ ਦਰਸ਼ਨ ਖੋਏ ਉਹਨਾਂ ਦੇ। ਉਸ ਤੋਂ ਬਾਅਦ ਉਹ ਸਰੀਰ ਛੱਡ ਗਏ, ਲੰਬਾ ਸਮਾਂ ਲੰਘ ਗਿਆ, ਕੋਈ ਨਾ ਕੋਈ ਗੁਰਮੁਖ ਪਿਆਰੇ ਮਿਲਦੇ ਗਿਲਦੇ ਰਹਿੰਦੇ। ਪਰ ਇੱਥੇ ਕੈਨੇਡਾ ਆ ਕੇ ਟੋਰਾਂਟੋ ਸਤਿਕਾਰਯੋਗ ਭਾਈ ਦਿਆਲ ਸਿੰਘ ਜੀ ਅਤੇ ਬਾਗ ਪਰਿਵਾਰ ਸੰਤਾਂ ਦੇ ਸਾਰੇ ਮਿਲਦੇ ਤੇ ਖੁੱਲ੍ਹੇ ਬਚਨ ਉਹਨਾਂ ਦੇ ਸਾਂਝੇ ਕਰਦੇ ਰਹਿੰਦੇ। ਜਥੇਦਾਰ ਗੁਰਨਾਮ ਸਿੰਘ ਸਾਹਿਬ ਜੀ ਦੀ ਵੀ ਸੰਗਤ ਮਿਲੀ, ਚੋਪੜਾ ਜੀ ਦੀ ਵੀ। ਮੇਰੇ ਕਹਿਣ ਤੋਂ ਮੁਰਾਦ ਸੀ ਵੀ ਇਹਨਾਂ ਗੁਰਮੁਖਾਂ ਨੇ ਜੋ ਪਰਉਪਕਾਰ ਕੀਤਾ, ਉਹਦੇ ਵਿੱਚੋਂ ਹੀ ਕੁਛ ਕੁ ਬਚਨ ਅੱਜ ਆਪ ਸਮੂਹ ਸਾਧ ਸੰਗਤ ਨਾਲ ਸਾਂਝੇ ਕਰ ਰਿਹਾ ਹਾਂ। ਜੇ ਭਲਾ ਇਹ ਨਾ ਹੀ ਕੋਈ ਲਿਖੇ ਤੇ ਕਿਵੇਂ ਇਹ ਅੱਗੇ ਪਤਾ ਲੱਗੇਗਾ ਵੀ ਉਹ ਕਿਵੇਂ ਕਹਾਣੀ ਵਰਤਦੀ ਸੀ। ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਅਣਖਦ ਸ਼ਬਦ ਖੁੱਲ੍ਹਾ ਸੁਣਾਇਆ ਕਰਦੇ ਸਨ। ਜਿੱਥੇ ਬੈਠਣਾ ਉਹ ਸੁਣਨਾ ਤੇ ਬਾਕੀ ਸਾਰੀ ਸੰਗਤ ਨੇ ਉਹ ਸੁਣ ਕੇ ਉਹਨਾਂ ਦੇ ਅੰਦਰ ਫਿਰ ਕਿੱਥੇ ਭੱਜਣੇ ਹੁੰਦੇ ਨੇ, ਮਨ ਉੱਥੇ ਕਿੱਥੇ ਰਹਿ ਜਾਏਗਾ। ਇੱਕ ਵਾਰੀ ਸਰਦਾਰ ਗੁਰਬਚਨ ਸਿੰਘ ਜੀ ਮੰਡਿਆਲੇ ਵਾਲੇ, ਮਹਿਤੇ ਵਾਲੇ ਨੂੰ ਕਹਿੰਦੇ, ਉਹਨਾਂ ਨੂੰ ਬੁਲਾਉਣ ਗਏ ਵੀ ਆਓ ਸਾਡੇ ਨਾਲ। ਪਿਤਾ ਜੀ ਨੇ ਜਾਣ ਨਾ ਦਿੱਤਾ। ਕੁਝ ਸਮੇਂ ਬਾਅਦ ਫਿਰ ਗਏ। ਪਿਤਾ ਜੀ ਕਹਿੰਦੇ ਲੈ ਜਾਓ, ਮੈਂ ਅੱਗੇ ਤੁਹਾਨੂੰ ਨਾ ਕਰਕੇ ਬੜਾ ਘਾਟਾ ਖਾ ਲਿਆ, ਲੈ ਜਾਓ। ਉਹਨਾਂ ਨੂੰ ਲੈ ਗਏ ਅਤੇ ਜਦੋਂ ਗਏ ਉਹਨਾਂ 'ਤੇ ਇਹੋ ਜਿਹੀ ਕਿਰਪਾ ਕੀਤੀ, ਉਹਨਾਂ ਨੂੰ ਮੰਜੇ 'ਤੇ ਬਿਠਾ ਲਿਆ, ਆਪ ਵੀ ਸਮਾਧੀ ਚਲੇ ਗਏ, ਉਹ ਵੀ ਬੈਠੇ ਰਹੇ। ਅਤੇ ਜਦੋਂ ਬੈਠੇ ਨੇ ਕੁਝ ਸਮਾਂ, ਹੁਣ ਉਹਨਾਂ ਨੂੰ ਕੀ ਪਤਾ ਵੀ ਅੰਦਰ ਕੀ ਕਲਾ ਵਰਤਣੀ, ਅੱਗੇ ਕਿਹੜਾ ਕੋਈ ਰਸ ਵੇਖਿਆ ਹੁੰਦਾ।
ਆਮ ਤੌਰ 'ਤੇ ਜਦੋਂ ਬੰਦੇ ਨੂੰ ਅੰਦਰ ਦੀ ਖੇਡ ਨਾ ਪਹਿਲਾਂ ਵਰਤੀ ਹੋਵੇ ਤੇ ਉਹਦਾ ਮਨ ਪਤਾ ਕੀ ਸੋਚਦਾ ਹੈ ਵੀ ਇਹ ਸ਼ਾਇਦ ਹੁਣੇ ਮੇਰੇ ਸਿਰ 'ਤੇ ਹੱਥ ਰੱਖਣਗੇ ਜਾਂ ਮੇਰੇ ਹੱਥਾਂ ਨੂੰ ਪਕੜਨਗੇ, ਕੋਈ ਜਾਦੂਗਰ ਦੀ ਤਰ੍ਹਾਂ ਕੋਈ ਜਾਦੂ ਜਿਹਾ ਕਰਨਗੇ ਤੇ ਆਪਾਂ ਨੂੰ ਬੜਾ ਕੁਝ ਮਿਲ ਜਾਏਗਾ। ਇਹ ਮਨ ਦੇ ਖਿਆਲ ਹੁੰਦੇ ਨੇ, ਐਸਾ ਤਾਂ ਨਹੀਂ ਨਾ ਉਹ ਬੈਠੇ ਰਹੇ ਉਹ ਵੈਸੇ ਬੈਠੇ ਨੇ ਜੋ ਮਾੜਾ ਮੋਟਾ ਉਹਨਾਂ ਦੇ ਅੰਦਰ ਚੱਲਦਾ ਹੋਏਗਾ ਵੀ ਚਲੋ ਕਰੀਏ, ਵੀ ਮਹਾਂਪੁਰਖਾਂ ਨੇ ਬੁਲਾਇਆ ਵਾਹਿਗੁਰੂ ਵਾਹਿਗੁਰੂ ਕਰਦੇ ਹੋਣਗੇ। ਤੇ ਖੈਰ ਜਦੋਂ ਵਾਹਵਾ ਚਿਰ ਲੰਘ ਗਿਆ ਬੈਠਿਆਂ ਨੂੰ, ਫਿਰ ਬਰਿਆਰਾਂ ਵਾਲਾ ਨੇ ਉਹ ਜੋ ਕਿਰਪਾ ਕਰਨੀ ਹੁੰਦੀ ਅੰਦਰੋਂ ਖਾਤੇ ਬਗੈਰ ਬੋਲੇ ਤੋਂ, ਉਹ ਇਹੋ ਜਿਹੀ ਕੀਤੀ ਬਸ ਮੰਜੇ 'ਤੇ ਬੈਠੀ ਨਸ਼ਾ ਚੜ੍ਹ ਗਿਆ ਨਾਮ ਦਾ। ਹੁਣ ਨਸ਼ਾ ਇਹੋ ਜਿਹਾ ਚੜ੍ਹਿਆ, ਉਹ ਨਸ਼ੇ ਨੇ ਤੇ ਐਨ ਮਖਮੂਰ ਕੀਤਾ, ਰੌਲਾ ਪਾਉਣ ਉੱਚੀ ਉੱਚੀ ਦੱਸਣ ਕੌਣ ਨੇ, ਇਹ ਕੌਣ ਹੈ ਜਿਨ੍ਹਾਂ ਨੇ ਜਿਹਨਾਂ ਨੂੰ ਆਮ ਨਾ ਸਮਝਿਆ ਜੇ। ਜੋ ਵੀ ਉਹਨਾਂ ਨੂੰ ਦਿਸ ਰਿਹਾ ਸੀ ਉਹਨਾਂ ਨੇ ਪੂਰਾ ਖੂਬ ਮਹਿਮਾ ਕੀਤੀ। ਕੁਝ ਸਮਾਂ ਸੁਣ ਕੇ ਬਾਬਾ ਜੀ ਖੁਰਾ ਨੇ ਉਹਦੇ ਸਿਰ 'ਤੇ ਹੱਥ ਰੱਖਿਆ ਜਾਂ ਤੇ ਉਹਨੂੰ ਸ਼ਾਂਤ ਕਰ ਦਿੱਤਾ। ਕਹਿੰਦੇ ਐਵੇਂ ਨਹੀਂ ਰੌਲਾ ਪਾਈਦਾ ਹੁੰਦਾ, ਉਹ ਦਿਖਾ ਕੇ ਕਹਿੰਦੇ ਹਜ਼ਾਰ ਵਸਤੂ ਇਹਨੂੰ ਜਰਨਾ ਚਾਹੀਦਾ। ਜ਼ਰੂਰ ਇਹ ਦਾਤਾਂ ਗਵਾਚਣੀਆਂ ਤੇ ਬੜੀਆਂ ਸੌਖੀਆਂ ਨੇ, ਲੈਣੀਆਂ ਬਹੁਤ ਔਖੀਆਂ ਨੇ। ਪਹਿਲੀ ਗੱਲ ਤਾਂ ਅਸੀਂ ਆਪਣੀ ਮਰਜ਼ੀ ਨਾਲ ਦਾਤ ਲੈ ਹੀ ਨਹੀਂ ਸਕਦੇ, ਅਤੇ ਜੇ ਕਿਧਰੇ ਤਰੁੱਠ ਕਿਉਂ ਮਿਲ ਜਾਵੇ ਕਿਸੇ ਦੇ ਪੈਰਾਂ ਪਿੱਛੇ ਗੁਰਸਿੱਖਾਂ ਦੇ ਮਹਾਂਪੁਰਖਾਂ ਦੇ ਸੰਗਤ ਦੀ ਚਰਨ ਧੂੜ ਸਦਕਾ ਮਿਲ ਜਾਵੇ ਤੇ ਫਿਰ ਉਦੋਂ ਖੁਸ਼ ਨਾ ਹੋਈਏ ਵੀ ਆਪਾਂ ਨੂੰ ਤਾਂ ਮਿਲ ਗਈ, ਨਹੀਂ। ਉਦੋਂ ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਦਾ ਬਚਨ ਯਾਦ ਹੋਣਾ ਚਾਹੀਦਾ। ਉਹਨਾਂ ਨੇ ਬੜਾ ਪਿਆਰਾ ਕਿਹਾ ਹੈ ਨਾ, ਕਹਿੰਦੇ ਮੰਜ਼ਲ ਮਾਈ ਦੀ ਔਖੀ ਘਾਟੀ, ਸੰਭਲ ਸੰਭਲ ਪਗ ਤਰਨਾ ਨਾਲੇ ਡਰਨਾ। ਹਰ ਕਦਮ ਬੜਾ ਸੰਭਲ ਕੇ, ਜਿਵੇਂ ਸਾਡੇ ਸਿਰ ਦੇ ਉੱਪਰ ਪਾਣੀ ਦੀ ਬਾਲਟੀ ਹੋਵੇ, ਉੱਪਰ ਢੱਕਣ ਨਾ ਖੋਵੇ ਜਾਂ ਕੜਾ ਖੋਵੇ, ਸਿਰ 'ਤੇ ਰੱਖਿਆ ਭਰਿਆ ਹੀ, ਪਰ ਆਪਾਂ ਨੇ ਉਹਨੂੰ ਲੈ ਕੇ ਤੁਰਨਾ ਖੋਵੇ ਤੇ ਐਨ ਸੰਭਲ ਕੇ ਕਦਮ ਧਰੀ ਦੇ ਨੇ, ਉਛਲ ਕੇ ਬਾਹਰ ਨਾ ਡੁੱਲੇ। ਇਸ ਅੰਦਰਲੀ ਦੌਲਤ ਨੂੰ ਹਰ ਉਹਦੇ ਤੋਂ ਕਈ ਗੁਣਾ ਵੱਧ ਸੰਭਲ ਕੇ ਸੰਭਾਲ ਕੇ ਰੱਖਣਾ ਚਾਹੀਦਾ। ਪਰ ਜੇ ਸਿਰ 'ਤੇ ਕੋਈ ਸਤਿਪੁਰਖ ਜਾਂ ਪੂਰਨ ਗੁਰਸਿੱਖ ਦੀ ਸੰਗਤ ਨਾ ਹੋਵੇ ਤੇ ਫੇਰ ਕੀ ਹੁੰਦਾ ਹੈ, ਬੰਦੇ ਨੂੰ ਦਾਤ ਮਿਲਦੀ ਹੈ, ਰੌਲਾ ਪਾਉਂਦਾ, 4 ਦਿਨ ਲੋਕੀ ਇਕੱਠੇ ਹੋ ਜਾਂਦੇ ਨੇ, ਵਾਹਵਾ ਕਰਦੇ ਨੇ, ਬਸ ਉਹ ਵਾਹਵਾ ਉਹ ਮਾਇਆ 'ਚ ਗਵਾ ਜਾਂਦੀ ਚੀਜ਼, ਉਹਦਾ ਜੀਵਨ ਬਰਬਾਦ, ਕੁਛ ਵੀ ਨਹੀਂ ਰਹਿੰਦਾ ਉੱਥੇ। ਤੋ ਖੈਰ ਇਹਨਾਂ ਨੇ ਆਪ ਹੀ ਦਾਤ ਦੇ ਕੇ ਦਿਖਾ ਵੀ ਦਿੱਤੀ ਤੇ ਮੁੜ ਕੇ ਸ਼ਾਂਤ ਵੀ ਕਰ ਦਿੱਤਾ। ਪਰ ਕਿਵੇਂ ਅੱਗੋਂ ਸਬੱਬ ਬਣਾਉਂਦੇ ਨੇ। ਪਿੰਡ ਦੀ ਸਰਦਾਰ ਸੁਖਦੇਵ ਸਿੰਘ ਜੀ ਇਹੋ ਜਿਹਾ ਕਾਰਨ ਬਣਿਆ ਵੀ ਦਿਮਾਗੀ ਕੋਈ ਨੁਕਸ ਪੈ ਗਿਆ, ਪਰੇਸ਼ਾਨ ਤੇ ਰਹਿੰਦੇ ਹੀ ਸਨ। ਮਹਾਰਾਜ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਸਰਦਾਰ ਗੁਰਬਚਨ ਸਿੰਘ ਜੀ ਕੋਲ ਗਏ। ਇਹ ਰਸਾਲਾ ਪੜ੍ਹ ਰਹੇ ਸਨ, ਕਿਉਂਕਿ ਮਹਾਂਪੁਰਖਾਂ ਨੇ ਉਹਨੂੰ ਕਿਹਾ ਸੀ ਵੀ ਆਤਮ ਸੈਂਸ ਰਸਾਲਾ, ਉਹਦੇ 'ਚੋਂ ਸਾਖੀਆਂ ਘਟਨਾਵਾਂ ਪੜ੍ਹਿਆ ਕਰ, ਸੁਣਨ ਵਾਲੇ ਕੋਈ 2-4 ਆ ਜਾਂਦੇ। ਇਹ ਵੀ ਜਦੋਂ ਗਏ ਤੇ ਇਹਨਾਂ ਨੇ ਅੰਦਰ ਨੂੰ ਸ਼ਾਂਤੀ ਜੀ ਮਿਲੀ। ਅਗਲੇ ਦਿਨ ਹੋਰ ਇੰਨਾ ਅਸਰ ਖੋਇਆ। ਫਿਰ ਸੰਤ ਕਰਤਾਰ ਸਿੰਘ ਜੀ ਖੁਰਾ ਨੇ ਮਿਲ ਕੇ ਕਿਰਪਾ ਕੀਤੀ, ਆਖੋ ਜੀ ਅੱਜ ਹੋਰ ਕੱਲ ਹੋਰ। ਬਸ ਇਹਨਾਂ ਬਾਰੇ ਤੇ ਆਪ ਇਹਨਾਂ ਨੂੰ ਬੁਲਾ ਕੇ ਪਿਆਰ ਵੀ ਦਿੱਤਾ। ਉਹਨਾਂ ਦੇ ਕੇਸ ਨਹੀਂ ਸੀ ਰੱਖਦੇ, ਕਹਿੰਦੇ ਤੁਸੀਂ ਕੇਸ ਕਿਉਂ ਨਹੀਂ ਰੱਖਦੇ। ਉਹਨਾਂ ਨੇ ਜੋ ਬਹਾਨੇ ਨੇ ਲਾਏ, ਕਹਿੰਦੇ ਨਹੀਂ ਹੁਣ ਕੇਸ ਧੋਤੇ, ਕਹਿੰਦੇ ਹੁਣ ਆਰਾਮ ਆ ਗਿਆ, ਹੁਣ ਕਦੇ ਬਿਮਾਰ ਨਹੀਂ ਹੋਵੋਗੇ। ਕੇਸ ਰੱਖ ਕੇ ਇਹੋ ਜਿਹੇ ਸਿਆਣੇ ਬਣੇ ਭਈ ਉਹ JBT ਦੀ ਨੌਕਰੀ ਤੇ ਮਾਸਟਰੀ ਦੀ ਉਹਨਾਂ ਨੇ ਨੌਕਰੀ ਕੀਤੀ। ਮੈਂ ਇੱਥੇ ਇੱਕ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਾਂ, ਗੁਰੂ ਕੇ ਪਿਆਰ ਵਾਲਿਓ। ਗੱਲ ਤੇ ਭਾਵੇਂ ਚੱਲੀਏ ਬਰਿਆਰਾ ਪਿੰਡ ਏ, ਬਰਿਆਰਾਂ ਵਾਲੇ ਸਤਿਪੁਰਖਾਂ ਦੀ, ਪਰ ਮਹਾਂਪੁਰਖ ਕਿਸੇ ਇੱਕ ਪਿੰਡ ਦੇ ਜਾਂ ਕਿਸੇ ਇੱਕ ਖਾਸ ਸੰਸਥਾ ਦੇ ਨਹੀਂ। ਉਹਨਾਂ ਵੱਲੋਂ ਜਿਹੜਾ ਜੀਵਨ ਜੀਵਿਆ ਜਾਂਦਾ ਸਤਿਗੁਰੂ ਦੀ ਆਗਿਆ ਵਿੱਚ ਰਹਿ ਕੇ, ਉਹਦੇ ਨਾਲ ਸਭਨਾਂ ਦਾ ਭਲਾ ਹੁੰਦਾ, ਸਾਰਿਆਂ ਦਾ ਭਲਾ ਹੁੰਦਾ ਹੈ। ਇਸ ਲਈ ਭਲੇ ਵਾਲੀ ਬਿਰਤੀ ਲੈ ਕੇ ਤੁਰੀਏ। ਮੈਂ ਬੇਨਤੀ ਕਰਨ ਲੱਗਾ ਸਾਂ, ਕਈ ਵਾਰ ਇੱਕ ਸਵਾਲ ਕੀਤਾ ਜਾਂਦਾ, ਇਹ ਝੂਠੀਆਂ ਜਿਹੀਆਂ ਕਹਾਣੀਆਂ ਨੇ ਭਈ ਇਹ ਦਿਮਾਗੀ ਨੁਕਸ ਕਿਸੇ ਦਾ ਠੀਕ ਹੋ ਜਾਣਾ ਕਿਵੇਂ ਹੋ ਜਾਏਗਾ।
ਇੱਕਦਮ ਮੰਜੇ 'ਤੇ ਬਿਠਾ ਕੇ ਕਿਸੇ ਨੂੰ ਨਾਮ ਦਾ ਨਸ਼ਾ ਕਿਵੇਂ ਚੜ੍ਹ ਜਾਏਗਾ, ਹੱਸਣਗੇ ਖੇਡਣਗੇ। ਅਤੇ ਕਈ ਵਾਰ ਦੁੱਖ ਹੁੰਦਾ, ਕਈ ਵਾਰ ਸਾਧੂਆਂ ਦੀ ਸੰਗਤ ਕਰਨ ਵਾਲੇ ਵੀ ਕਮਾਈ ਕਰਦੇ ਨੇ, ਸਿਰਫ ਇੰਨਾ ਹੀ ਵੀ ਮੈਂ ਉਸ ਸੰਸਥਾ ਦਾ ਮੈਂਬਰ ਹਾਂ, ਖਿੜਖਿੜਾ ਕੇ ਹੱਸਣਗੇ। ਉਹ ਦਰਅਸਲ ਆਪਣੀ ਮੂਰਖਤਾ 'ਤੇ ਹੱਸ ਰਹੇ ਹੁੰਦੇ ਨੇ, ਕਿਸੇ ਦੂਸਰੇ 'ਤੇ ਨਹੀਂ। ਬੇਨਤੀ ਕਰਾਂ, ਵਾਹਿਗੁਰੂ ਨਾ ਕਰੇ, ਪੜ੍ਹਦੇ ਆ ਨਾ ਰੋਜ਼ ਸਾਰਿਆਂ ਦੇ ਜੀਵਨ ਵਿੱਚੋਂ ਕੋਈ ਬੰਦਾ ਜਿਹਦਾ ਬੱਚਾ ਬਿਮਾਰ ਹੈ, ਡਾਕਟਰ ਉਹਨੂੰ ਜਵਾਬ ਦੇ ਦੇਣ, ਘਰ ਦੇ ਖੀਲੇ ਸਾਰੇ ਵਰਤ ਲੈਣ, ਅਤੇ ਪਿਆਰਿਓ ਉਹ ਕੀ ਕਰਨਗੇ, ਰੱਬ ਕੋਲ ਅਰਦਾਸਾਂ ਕਰਨਗੇ, ਅਤੇ ਹਰ ਪਾਸੇ ਆਵਾਜ਼ ਆਵੇ ਅਖੰਡ ਪਾਠ ਸਾਹਿਬ ਕਰਾ ਲਏ ਨੇ, ਡਾਕਟਰ ਵੇਖ ਲਏ ਨੇ, ਆਰਾਮ ਨਹੀਂ ਆਉਣਾ, ਅਤੇ ਦੂਸਰੇ ਪਾਸੇ ਡਰ ਮਾਰਦਾ ਇਸ ਘਰ ਦਾ ਚਿਰਾਗ ਬੁਝ ਜਾਏਗਾ, ਕੀ ਕਰਾਂਗੇ। ਅਤੇ ਉਸ ਨੂੰ ਕੋਈ ਅਚਾਨਕ ਬੰਦਗੀ ਵਾਲੀ ਰੂਹ ਮਿਲੇ, ਉਹਨੂੰ ਕਹੇ ਮੇਰੀ ਅਰਦਾਸ ਕਰ, ਉਹ ਅਰਦਾਸ ਕਰੇ, ਬਚਨ ਕਰੇ, ਉਹ ਜਿਹੜਾ ਮੌਤ ਵੱਲ ਜਾ ਰਿਹਾ ਸੀ ਬਿਲਕੁਲ ਠੀਕ ਹੋ ਜਾਵੇ। ਉਹਨੂੰ ਪੁੱਛ ਕੇ ਵੇਖੋ ਖਾਂ ਵੀ ਕਹਾਣੀਆਂ ਝੂਠੀਆਂ ਨੇ ਕਿ ਸੱਚੀਆਂ ਨੇ। ਉਹਨੂੰ ਪੁੱਛ ਕੇ ਵੇਖੋ ਖਾਂ ਇਹ ਕਹਾਣੀਆਂ ਐਵੇਂ ਨੇ ਕਿ ਸੱਚਮੁੱਚ ਹੈ। ਕਦੇ ਸ਼ੱਕ ਨਾ ਕਰੀਏ, ਸਤਿਗੁਰੂ ਜੀ ਦੇ ਹੁਕਮ ਵਿੱਚ ਬਹੁਤ ਕੁਝ ਚੱਲਦਾ, ਭਲਾ ਕਰਨ ਲਈ ਰੂਹਾਂ ਆਉਂਦੀਆਂ ਅਤੇ ਕਰਦੀਆਂ ਨੇ। ਗੱਲ ਕਰੀ ਇਹ ਗੁਰੂ ਕੇ ਪਿਆਰਿਓ ਸਰਦਾਰ ਕਪੂਰ ਸਿੰਘ ਜੀ ਮੁੰਡਾ ਪਿੰਡ ਵਾਲੇ, ਜਿਨ੍ਹਾਂ ਦੇ ਬੇਟੇ ਸਰਦਾਰ ਦਿਆਲ ਸਿੰਘ ਜੀ ਟਰਾਂਟੋ ਅੱਜ ਕੱਲ੍ਹ ਰਹਿੰਦੇ ਨੇ। ਇਹ ਭਲਾਈ ਸਨ, ਇਹਨਾਂ ਦਾ ਰੈਸਟੋਰੈਂਟ ਸੀ, ਹੋਟਲ ਸੀ, ਸ਼ਰਾਬ ਮਾਸ ਦੀ ਖੁੱਲ੍ਹੀ ਵਰਤੋਂ ਕਰਨੀ। ਸੰਤ ਕਰਤਾਰ ਸਿੰਘ ਜੀ ਖੁਰਾਂ ਨੂੰ ਸਬੱਬ ਬਣਿਆ, ਲੰਬੀ ਚੌੜੀ ਕਹਾਣੀ। ਇਹ ਉੱਥੇ ਹੋਟਲ 'ਤੇ ਗਏ, ਹੁਣ ਉੱਥੇ ਜਾ ਕੇ ਸਤਿਗੁਰੂ ਨੇ ਸਬੱਬ ਬਣਾਉਣਾ ਸੀ, ਸੰਗਤ ਮਿਲੀ, ਪਿਆਰ ਖੋ ਗਿਆ। ਪਿਆਰ ਕਈ ਵਾਰ ਸਰਦਾਰ ਕਪੂਰ ਸਿੰਘ ਨੇ ਚਲੇ ਜਾਣਾ ਅਤੇ ਇਹਨਾਂ ਨੂੰ ਕਹਿ ਜਾਣਾ ਵੀ ਤੁਸੀਂ ਧਿਆਨ ਰੱਖਣਾ, ਕਹਿਣਾ ਠੀਕ ਆ। ਜਿਵੇਂ ਇੱਕ ਹੋਰ ਚੇਤਾ, ਅਸੀਂ ਕਾਹਲੇ ਪੈ ਜਾਂਦੇ ਹਾਂ, ਜਿੱਥੇ ਮਾਸ ਸ਼ਰਾਬ ਹੋਵੇ, ਆਂਡਾ ਮੀਟ ਹੋਵੇ, ਅਸੀਂ ਕਹਿੰਦੇ ਇੱਥੇ ਨਹੀਂ ਜਾਣਾ, ਪਰਾਂ ਰਵੋ ਪਰਾਂ ਰਵੋ। ਪਰ ਪਰਉਪਕਾਰੀ ਰੂਹਾਂ ਨੂੰ ਜਾਣਾ ਪੈਂਦਾ ਏ। ਕਿਸੇ ਨੂੰ ਚਿੱਕੜ 'ਚੋਂ ਕੱਢਣ ਲਈ ਚਿੱਕੜ 'ਚ ਆਪਣਾ ਕਦਮ ਪਹਿਲਾਂ ਧਰੀਏ ਜਾਂ ਹੱਥ ਪਾਈਏ ਤਾਂ ਹੀ ਕਿਸੇ ਨੂੰ ਕੱਢਾਂਗੇ ਨਾ। ਕਿਸੇ ਡੁੱਬਦੇ ਨੂੰ ਕੱਢਣ ਲਈ ਆਵਾਜ਼ਾਂ 'ਤੇ ਨਹੀਂ ਨਾ ਮਾਰਾਂਗੇ ਵੀ ਡੁੱਬ ਗਿਆ ਜੇ, ਡੁੱਬ ਗਿਆ ਜੇ। ਪਾਣੀ 'ਚ ਛਾਲ ਮਾਰਾਂਗੇ, ਉਹਨੂੰ ਹੱਥ ਫੜਾਵਾਂਗੇ, ਕੋਈ ਸੁੱਟਾਂਗੇ ਤਾਂ ਹੀ ਉਹਨੂੰ ਬਚਾਵਾਂਗੇ ਨਾ। ਸਾਧੂ ਗਨਕਾ ਦੇ ਦੁਆਰੇ ਨਾ ਜਾਂਦਾ ਅਤੇ ਗਨਕਾ ਦਾ ਉਦਾਰ ਕਿਵੇਂ ਸੀ। ਪਰਉਪਕਾਰੀ ਪਿਆਰੂ ਅੰਦਰ ਮਜ਼ਬੂਤ ਚਾਹੀਦਾ ਹੈ, ਦੂਸਰੇ ਦਾ ਭਲਾ ਕਰਨ ਲਈ ਉਹਦੇ ਕੋਲ ਜਾਵੇ। ਸਰਦਾਰ ਕਪੂਰ ਸਿੰਘ ਸਾਹਿਬ ਜੀ ਦੇ ਕੋਲ ਵੀ ਗਏ, ਸਬੱਬ ਬਣਿਆ, ਮਹਾਰਾਜ ਨੇ ਕਲਾ ਵਰਤਾਈ, ਅੱਜ ਹੋਰ ਕੱਲ੍ਹ ਹੋਰ। ਹੌਲੀ ਹੌਲੀ ਉਹ ਹੋਟਲ ਵੀ ਛੁਡਾ ਦਿੱਤਾ ਪਈ, ਸ਼ਰਾਬ ਮਾਸ ਤੇ ਛੁਡਾਣੀ ਸੀ। ਮਹਾਰਾਜ ਨੇ ਕਿਰਪਾ ਕੀਤੀ, ਪੱਕੇ ਪ੍ਰੇਮੀ ਬਣ ਗਏ। ਅੱਜ ਹੋਰ ਕੱਲ੍ਹ ਹੋਰ ਸੰਗਤ 'ਚ ਲਿਜਾਣਾ ਸ਼ੁਰੂ ਕੀਤਾ। ਰੰਗ ਲੱਗਦੇ ਗਏ। ਨੋਟ ਕਰਨ ਵਾਲੀ ਗੱਲ ਇਹ ਵੇ, ਇੱਕ ਦਿਨ ਜਦੋਂ ਅੰਦਰ ਗਏ ਨੇ ਅਤੇ ਰੋਈ ਅੰਦਰ ਤੋਂ ਭਾਵ ਸੁਰਤੀ ਕਰਕੇ ਸਰੀਰ ਦੇ ਅੰਦਰ ਜਾਣਾ, ਅੰਦਰ ਹੀ ਜਾਣਾ ਔਖਾ, ਬਾਹਰ ਤਾਂ ਹਰ ਕੋਈ ਤੁਰਿਆ ਫਿਰਦਾ। ਬਾਹਰ ਤਾਂ ਇਹ ਅੰਦਰ ਤਾਂ ਮਨ ਪਾਠ ਕਰਦਿਆਂ ਵੀ ਨਹੀਂ ਜਾਣ ਦਿੰਦਾ, ਉੱਥੇ ਬੈਠਾ ਵੀ ਬਾਹਰ ਹੀ ਸਕੀਮਾਂ ਲਾਉਂਦਾ। ਘਰ ਰਹਿਣਾ ਬਹੁਤ ਔਖਾ ਹੈ ਅਤੇ ਘਰ ਤੋਂ ਬਗੈਰ ਸੁੱਖ ਵੀ ਨਹੀਂ ਕਿਧਰੇ ਮਿਲਦਾ ਅੰਦਰਲੇ ਘਰ 'ਚ। ਕਿਉਂਕਿ ਸਾਹਿਬ ਕਹਿੰਦੇ ਘਰ ਮੈਂ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਅੰਦਰ ਇਸ ਘਰ ਵਿੱਚ ਕੋਈ ਹੋਰ ਘਰ ਏ, ਉਹ ਮੇਰੇ ਸਤਿਗੁਰੂ ਤਰਸ ਕਰਕੇ ਦਿਖਾਉਂਦੇ ਨੇ। ਪਰ ਮੈਂ ਬੇਨਤੀ ਕਰਾਂ, ਪਹਿਲਾ ਘਰ ਨਹੀਂ ਦਿਸਦਾ। ਘਰ ਵੱਲ ਜਦੋਂ ਕੋਈ ਮੂੰਹ ਕਰਦਾ ਤਾਂ ਉਹਨੂੰ ਆਪਣੇ ਔਗਣ ਦਿਸਦੇ ਨੇ, ਗੁਨਾਹ ਦਿਸਦੇ ਨੇ। ਇੱਕ ਪਾਸੇ ਘਰ ਦੀ ਠੰਡੀ ਹਵਾ ਆਉਂਦੀ ਏ, ਸੰਗਤ ਵਿੱਚ ਜਾ ਕੇ ਬਖਸ਼ਾਂ ਮਿਲਦੀਆਂ, ਆਪਣੇ ਗੁਨਾਹ ਪਤਾ ਲੱਗਦੇ ਨੇ। ਸਰਦਾਰ ਕਪੂਰ ਸਿੰਘ ਜੀ ਨੇ ਔਗਣ ਬੋਲ ਕੇ ਦੱਸਣੇ ਸ਼ੁਰੂ ਕੀਤੇ। ਲੋਕੀ ਲੁਕਾਉਂਦੇ ਨਾ, ਜਦੋਂ ਨਹੀਂ ਸੰਗਤ ਮਿਲਦੀ, ਕੌਣ ਚਾਹੁੰਦਾ ਵੀ ਮੈਂ ਔਗਣ ਦੱਸਾਂ, ਪਰ ਇਹ ਸਾਰਿਆਂ ਦੇ ਸਾਹਮਣੇ ਹੀ, ਸੰਤਾਂ ਦੇ ਸਾਹਮਣੇ ਬੈਠ ਕੇ ਨਾਲੇ ਰੋਣ ਅਤੇ ਨਾਲ ਹੀ ਔਗਣਾਂ ਦੀ ਗਿਣਤੀ ਕਰੀ ਜਾਣ। ਮੇਰੇ 'ਚ ਆ ਵੀ ਔਗਣ, ਆ ਵੀ ਔਗਣ। ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਕਹਿਣ ਲੱਗੇ ਬਸ ਕਰੋ, ਕਹਿੰਦੇ ਔਗਣ ਦੱਸਣ ਦੀ ਲੋੜ ਨਹੀਂ। ਆ ਸੁਣੋ ਖਾਂ ਭਲਾ, ਜੇ ਲੱਕੜਾਂ ਹੋਣ ਕੋਈ 10 ਮਾਣ 100 ਮਾਣ ਹਜ਼ਾਰਾਂ ਮਾਣ, ਭਲਾ ਉਹਨਾਂ ਨੂੰ ਸਾੜਨ ਲਈ ਜਿਹੜੀ ਅੱਗ ਕਿੰਨੀ ਕੁ ਚਾਹੀਦੀ, ਇੱਕ ਤੀਲੀ। ਕਹਿਣ ਲੱਗੇ ਖਾਂ
ਤੇ ਫਿਰ ਕਹਿਣ ਲੱਗੇ ਵੇਖ ਇੰਨੇ ਪਾਪ ਜਦੋਂ ਨਾਮ ਦੀ ਤੀਲੀ ਲੱਗੀ ਇੱਕਦਮ ਸੜ ਜਾਣੇ ਨੇ। ਸਮੁੰਦਰ 'ਚ ਪਾਣੀ ਕਿੰਨਾ ਏ ਉਹਨੇ ਕਿਸੇ ਚੌਗਣ ਕੌਣ। ਜੇ ਸਤਿਗੁਰੂ ਦੀ ਦ੍ਰਿਸ਼ਟੀ ਪੈ ਜਾਵੇ ਤੇ ਤਮਾਮ ਬਖਸ਼ੇ ਜਾਂਦੇ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਸ਼ਮੇਰ ਉਪਾਵੋ ਡੁੱਬਤੇ ਪੱਥਰ ਤਾਰੇ। ਉਹ ਤਾਰਦਾ ਇਹੋ ਜਿਹੀ ਕਿਰਪਾ ਕੋਈ। ਬਸ ਫਿਰ ਔਗਣ ਤੇ ਦੱਸਣੇ ਬੰਦ ਕਰਾਏ। ਅੰਦਰ ਕਲਾ ਵਰਤਣੀ ਸ਼ੁਰੂ ਹੋ ਗਈ। ਫਿਰ ਪਿੰਡ ਆਉਣਾ ਪਿਆ। ਪਿੰਡ ਰਹੇ, ਸਹੁਰੇ ਘਰ ਗਏ। ਉਹਨਾਂ ਨੇ ਸਹੁਰੇ ਪਰਿਵਾਰ ਨੇ ਸ਼ਰਾਬ ਅੱਗੋਂ ਦਿੱਤੇ। ਨਾ ਚਾਹੁੰਦੇ ਨਾ ਨੁੱਕਰ ਕਰਦਿਆਂ ਇੱਧਰ ਹੀ ਸ਼ਰਾਬ ਪੀ ਰਹੇ ਸਨ ਅਤੇ ਉੱਧਰ ਉਹਨਾਂ ਦੇ ਭਰਾ ਨੂੰ, ਉਹ ਵੀ ਉੱਥੇ ਹੀ ਸਨ, ਭਲਾਈ। ਅਤੇ ਸੰਤ ਕਰਤਾਰ ਸਿੰਘ ਜੀ ਕਹਿਣ ਲੱਗੇ ਲੈ ਪਾਲਾ ਸਿਆਂ ਹੁਣ ਕਾਗਜ਼ ਪਕੜ ਅਤੇ ਪੈਨ ਪਕੜ ਅਤੇ ਲਿਖ ਜੋ ਅਸੀਂ ਲਿਖਾਉਂਦੇ ਹਾਂ। ਬੰਦਿਆਂ ਦੀ ਗਿਣਤੀ ਲਿਖਾਈ, ਟਾਈਮ ਲਿਖਾਇਆ, ਸਾਰਾ ਕੁਝ। ਕਹਿਣ ਲੱਗੇ ਜੀ ਕੀ? ਕਹਿੰਦੇ ਕਪੂਰ ਸਿੰਘ ਸਹੁਰੇ ਪਿੰਡ ਜਾ ਕੇ ਉਹ ਸ਼ਰਾਬ ਪੀ ਰਿਹਾ ਹੈ। ਕਿਉਂਕਿ ਮਨ ਏਡੀ ਛੇਤੀ ਨਾ ਪਿਆਰਿਓ ਖਹਿੜਾ ਨਹੀਂ ਛੱਡਦਾ। ਸੰਗਤ ਮਿਲ ਵੀ ਜਾਵੇ, ਬਾਣੀ ਪੜ੍ਹਨ ਵੀ ਲੱਗ ਪਈਏ, ਅੰਮ੍ਰਿਤ ਵੀ ਛਕ ਲਈਏ, ਜਿਸ ਤੋਂ ਬਾਅਦ ਆਪਾਂ ਨਾਮ ਨਹੀਂ ਜਪਾਂਗੇ, ਉੱਚਿਆਂ ਦੀ ਸੰਗਤ ਨਹੀਂ ਕਰਾਂਗੇ ਤੇ ਮਨ ਫਿਰ ਵੀ ਡੁਲਾ ਸਕਦਾ ਹੈ। ਸਦਾ ਹੀ ਅਰਦਾਸ ਕਰਦੇ ਰਹੀਏ। ਕਦੇ ਭਗਤ ਕਬੀਰ ਸਾਹਿਬ ਜੀ ਤਾਂ ਕਹਿੰਦੇ ਨੇ ਭਈ ਕਬੀਰ ਗਰਬ ਨਾ ਕੀਜੀਏ, ਰੰਕ ਨ ਹਸੀਏ ਕੋਏ, ਅਜੋ ਸੋ ਨਾਉ ਸਮੁੰਦਰ ਮੈਂ, ਕਿਆ ਜਾਨੂ ਕਿਆ ਹੋਏ। ਪਤਾ ਨਹੀਂ ਕਦੇ ਇਸ ਮਨ 'ਤੇ ਭਰੋਸਾ ਨਾ ਕਰੀਏ। ਨਿਮ ਕੇ ਰਹੀਏ, ਅਰਦਾਸਾਂ ਕਰਦੇ ਰਹੀਏ, ਸਤਿਗੁਰੂ ਕਿਰਪਾ ਕਰੀ ਅਤੇ ਉੱਚਿਆਂ ਦੀ ਸੰਗਤ ਨਾ ਕਦੇ ਛੱਡੀਏ। ਲੱਖ ਤੁਹਾਡੇ 'ਤੇ ਕਿਰਪਾ ਹੋ ਜਾਏ, ਤੁਹਾਡੇ ਸਵਾਸ ਸਵਾਸ ਸਿਮਰਨ ਚੱਲਦੇ ਹੋਣ, ਫਿਰ ਵੀ ਗੁਰੂ ਕੀ ਸੰਗਤ ਅਤੇ ਗੁਰਮੁਖਾਂ ਦੀ ਸੰਗਤ ਦੀ ਅਤ ਵੱਡੀ ਜ਼ਰੂਰਤ ਹੈ। ਨਹੀਂ ਤਾਂ ਪਿਆਰਿਓ ਕਹਾਣੀ ਨਹੀਂ ਵਰਤਦੀ। ਫਿਰ ਖੈਰ ਜਦੋਂ ਆਏ ਸਰਦਾਰ ਕਪੂਰ ਸਿੰਘ ਦੱਸਿਆ ਤੇ ਹੈਰਾਨ, ਇੰਨੀ ਦੂਰ ਬੈਠਿਆਂ ਕਿਵੇਂ ਪਤਾ ਲੱਗ ਗਿਆ। ਸਾਧੂਆਂ ਕੋਲ ਕੁਛ ਵੀ ਦੂਰ ਨਹੀਂ ਹੁੰਦਾ। ਉਹ ਸਰੀਰ ਕਰਕੇ ਇੱਕ ਜਗ੍ਹਾ 'ਤੇ ਬੈਠੇ ਹੁੰਦੇ, ਪਰ ਸੁਰਤੀ ਜਿਹੜੀ ਉਹਨਾਂ ਦੀ ਖੰਡਾਂ ਬ੍ਰਹਿਮੰਡਾਂ ਵਿੱਚ ਸਭੋ ਕੁਝ ਵੇਖ ਸਕਦੀ ਏ, ਰੋਕ ਸਕਦੀ ਏ, ਹਟਾ ਸਕਦੀ ਏ। ਜਿਵੇਂ ਇੱਥੇ ਸਰੀਰ ਕਰਕੇ ਹੋਣ, ਉਸੇ ਤਰ੍ਹਾਂ ਸਭ ਜਗ੍ਹਾ 'ਤੇ ਪਰਮਾਤਮਾ ਦੀ ਕਿਰਪਾ ਨਾਲ ਜਿੱਥੇ ਪਰਮਾਤਮਾ ਹੈ ਉੱਥੇ ਦੇ ਪਿਆਰੇ ਵੀ ਤੇ ਉਹ ਜਾ ਸਕਦੇ ਨੇ, ਆਪ ਲੈ ਕੇ ਜਾਂਦੇ। ਤੋ ਕਹਿਣ ਤੋਂ ਮੁਰਾਦ ਸਰਦਾਰ ਕਪੂਰ ਸਿੰਘ ਜੀ ਖੁਰਾਂ 'ਤੇ ਕਿਰਪਾ ਹੋਈ। ਫਿਰ ਅੰਦਰਲੇ ਰੰਗ ਲੱਗੇ। ਫਿਰ ਤਾਂ ਮਹਾਂਪੁਰਖ ਇਹਨਾਂ ਨੂੰ ਕਿਆ ਕਰਦੇ ਸਨ ਭਈ ਦੂਸਰਿਆਂ ਨੂੰ ਨਾਮ ਜਪਾਇਆ ਕਰੋ। ਬੜੇ ਫਿਰ ਉਸ ਤੋਂ ਬਾਅਦ ਤੇ ਬਖਸ਼ਿਸ਼ ਹੋਈ। ਬੜੀਆਂ ਵੱਡੀਆਂ ਸੇਵਾਵਾਂ ਇਹਨਾਂ ਪਾਸੋਂ ਮਹਾਰਾਜ ਨੇ ਲਈਆਂ। ਸੰਗਤ ਦੇ ਹਮੇਸ਼ਾ ਲਈ ਪੱਕੇ ਮੈਂਬਰ ਬਣ ਗਏ। ਸੰਗਤ ਨਹੀਂ, ਪੂਰਾ ਪਰਿਵਾਰ, ਅੱਗੋਂ ਕਈ ਰੂਹਾਂ ਨੂੰ ਜੋੜਿਆ। ਪਰ ਸੰਤ ਕਰਤਾਰ ਸਿੰਘ ਜੀ ਖੁਰਾਂ ਦਾ ਵੱਖਰਾ ਹੀ ਢੰਗ ਸੀ ਨਾ। ਇੱਕ ਦਿਨ ਪਿਆਰ ਵਾਲੇ ਤਿੰਨਾਂ ਸਿੰਘਾਂ ਨੂੰ ਕੋਲ ਬੁਲਾਇਆ, ਸਰਦਾਰ ਪਿਆਰਾ ਸਿੰਘ, ਧੰਨਾ ਸਿੰਘ ਤੇ ਆਤਮਾ ਸਿੰਘ ਨੂੰ। ਕਹਿਣ ਲੱਗੇ ਮੇਰੀ ਗੱਲ ਸੁਣ ਲਓ ਤਿੰਨੇ, 3 ਬਚਨ ਸਾਡੇ ਯਾਦ ਰੱਖਿਆ ਜੇ। ਕਹਿਣ ਲੱਗੇ ਜੀ ਦੱਸੋ। ਕਹਿਣ ਲੱਗੇ ਦੇਖੋ ਰੰਗ ਲੱਗ ਰਹੇ ਨੇ ਤੁਹਾਨੂੰ, ਕਿਰਪਾ ਹੋ ਰਹੀ ਏ, ਮਹਾਰਾਜ ਨੇ ਕੀਤੀ ਵੀ ਏ। ਪਹਿਲੀ ਗੱਲ ਤੇ ਕਿਸੇ ਨੂੰ ਉਪਦੇਸ਼ ਨਹੀਂ ਦੇਣਾ। ਗੁਰੂ ਨਾ ਬਣ ਕੇ ਬਹਿ ਜਿਓ ਵੀ ਅਸੀਂ ਹੁਣ ਸਿੱਖ ਮਾਤੀ ਦੇਣੀ ਹੈ। ਉਪਦੇਸ਼ ਨਾ ਦੇਣਾ, ਵੱਡੇ ਬਣ ਕੇ ਨਹੀਂ। ਕਿਉਂਕਿ ਸਿੱਖੀਏ ਜਿਉਂ-ਜਿਉਂ ਕਿਰਪਾ ਹੋਵੇ, ਅੰਦਰ ਨਿਮਰਤਾ, ਗਰੀਬੀ, ਹਲੀਮੀ ਆਵੇ। ਕਦੇ ਵੇਖੋ ਸਤਿਗੁਰੂ ਜੀ ਆਪ ਪਰਮੇਸ਼ਰ ਨੇ, ਸੱਚੇ ਪਾਤਸ਼ਾਹ ਜੀ ਸਤਿਗੁਰੂ ਸਾਹਿਬਾਨ ਪਰਮੇਸ਼ਰ ਨੇ। ਪਰ ਜਦੋਂ ਸਾਨੂੰ ਜਪਣ ਲਈ ਹੁਕਮ ਕਰਦੇ ਤੇ ਕਿਵੇਂ ਕਰਦੇ? ਕਹਿੰਦੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਅਸੀਂ ਬੇਨਤੀ ਕਰਦੇ ਹਾਂ। ਕਿਧਰੇ ਕਹਿਣਗੇ ਨਾਨਕ ਦਾਸ ਕਹੇ ਬੇਨੰਤੀ, ਆਪਣੇ ਆਪ ਨੂੰ ਦਾਸ ਕਹਿ ਕੇ। ਸਿੱਧ ਲੋਕ ਵੱਡੇ ਵੱਡੇ ਸ਼ਬਦ ਵਰਤਦੇ ਨੇ, ਬਾਲਾ ਬੱਚਿਆ ਗੱਲ ਸੁਣਾ, ਪਰ ਮਹਾਰਾਜ ਉਹਨਾਂ ਨੂੰ ਜੀ ਜੀ ਕਰਕੇ ਬੁਲਾਉਂਦੇ ਨੇ। ਤਾਂ ਵੀ ਪਿਆਰਿਓ ਸਿੱਖੀ ਦੀਆਂ ਗੱਲਾਂ ਅਨਮੋਲ ਚੇਤਾ ਹੋਣੀ ਚਾਹੀਦੀਆਂ ਨੇ। ਜੇ ਸਾਡਾ ਅੰਦਰ ਸਮਝਣ ਲੱਗ ਪਿਆ ਨਾ ਮੈਂ ਦੂਸਰਿਆਂ ਨਾਲੋਂ ਵੱਡਾ ਵਾਂ, ਬਸ ਉਦੋਂ ਹੀ ਇਸ ਰਾਹ ਤੋਂ ਅਸੀਂ ਥੜਕ ਗਏ। ਪਰ ਉਪਦੇਸ਼ ਦੇਣਾ ਵੀ ਹੈ, ਪਰ ਅੱਤ ਦੀ ਗਰੀਬੀ ਨਿਮਰਤਾ ਵਿੱਚ ਹੈ।
ਸੋ ਸਟੇਜ ਹੁੰਦੀ ਪਹਿਲੇ ਕਹਿਣ ਲੱਗੇ ਵੀ ਤੁਸਾਂ ਕਿਸੇ ਨੂੰ ਉਪਦੇਸ਼ ਨਹੀਂ ਦੇਣਾ, ਇਹ ਨਹੀਂ ਵੇਖਣਾ ਪਈ ਅਸੀਂ ਕਿਸੇ ਨੂੰ ਉਪਦੇਸ਼ ਦੇਣ ਜੋਗੇ ਹੋ ਗਏ ਹਾਂ। ਦੂਜਾ, ਕਿਸੇ ਨੂੰ ਧੱਕੇ ਨਾਲ ਪ੍ਰੇਰਨਾ ਕਰਕੇ ਸੰਗਤ ਵਿੱਚ ਨਹੀਂ ਲਿਆਉਣਾ ਵੀ ਉੱਥੇ ਹੀ ਕਲਾ ਵਰਤਦੀ ਹੈ ਤੇ ਆਓ। 7 ਬਚਨ। ਤੀਸਰਾ ਕਹਿਣ ਲੱਗੇ ਜੇਕਰ ਕੋਈ ਤੁਹਾਨੂੰ ਪੁੱਛਦਾ ਏ ਇਸ ਰਾਹ ਬਾਰੇ ਵੀ ਵੱਡੀ ਕਿਰਪਾ ਹੋਈ ਹੈ ਤੁਹਾਡੇ ਤੇ, ਸਾਨੂੰ ਵੀ ਕੋਈ ਦੱਸੋ। ਕਹਿੰਦੇ ਉਦੋਂ ਉਹਨੂੰ ਕਹਿਣਾ ਸਾਡੇ ਤੇ ਵੀ ਸੰਗਤ ਵਿੱਚ ਕਿਰਪਾ ਹੋਈ ਹੈ ਭਾਈ, ਤੁਸੀਂ ਵੀ ਸੰਗਤ ਕਰੋ, ਸਤਿਗੁਰੂ ਜੀ ਦੇ ਗੁਣ ਗਾਓ, ਅਰਦਾਸਾਂ ਬੇਨਤੀਆਂ ਕਰੋ ਤੇ ਮਹਾਰਾਜ ਤੁਹਾਡੇ ਤੇ ਵੀ ਕਰ ਦੇਣਗੇ। ਇਹ ਵੇ ਤਰੀਕਾ ਅਸਲੀ। ਪਿਆਰਿਓ, ਸੰਗਤ ਤੋਂ ਬਗੈਰ ਨਹੀਂ ਕਹਾਣੀ ਬਣਨੀ। ਫਿਰ ਉੱਥੇ ਗੱਲ ਆ ਜਾਂਦੀ, ਕੋਈ ਵੀ ਸਾਧੂ ਹੈ ਜਿਹੜਾ ਮਹਾਰਾਜ ਦੀ ਕਿਰਪਾ ਨਾਲ ਜੋੜ ਰਿਹਾ ਜਾਂ ਜੋੜਦੇ ਰਹੇ ਨੇ, ਜਦੋਂ ਪਰਮਾਤਮਾ ਅਸੀਂ ਉਦਾਂ ਹੀ ਸਿੱਧੀ ਕਿਰਪਾ ਮੰਗਦੇ ਹਾਂ ਬਈ ਸਾਡੇ ਬੱਚੇ ਤੇ ਕਿਰਪਾ ਕਰੋ ਸਾਡੇ ਤੇ। ਜਿਹਨੇ ਕਿਰਪਾ ਲੈਣੀ ਉਹਨੂੰ ਕਿਸੇ ਤਰੀਕੇ ਲੈ ਕੇ ਮਹਾਰਾਜ ਦੀ ਖਜੂਰੀ ਸੰਗਤ ਵਿੱਚ ਜਾਓ। ਉੱਥੇ ਫਿਰ ਅੱਗੋਂ ਆਪੇ ਹੀ ਸਤਿਗੁਰੂ ਤੇ ਗੁਰਸਿੱਖਾਂ ਦੇ ਮੇਲ ਮਿਲਾਪ ਨਾਲ ਉਹ ਸੰਭਾਲ ਲੈਂਦੇ ਨੇ। ਪਿਆਰੇ, ਇੱਥੇ ਸਾਡੀ ਭੈਣ ਬੀਬੀ ਗੁਰਬਖਸ਼ ਕੌਰ, ਜਿਨ੍ਹਾਂ ਦੇ ਦਰਸ਼ਨ ਵੀਰ ਅੰਮ੍ਰਿਤਪਾਲ ਸਿੰਘ ਜੀ ਤੂਰ ਕੈਲਗਰੀ ਸਨ, ਹੁਣ ਟਰਾਂਟੋ ਨੇ, ਉਹਨਾਂ ਨੇ ਦਰਸ਼ਨ ਇੱਥੇ ਸਾਨੂੰ ਐਬਸਫੋਰਡ ਅਤੇ ਸਰੀ ਵੀ ਕਰਾਏ। ਟਰਾਂਟੋ ਵੀ ਕੋਰਾ ਦਰਸ਼ਨ ਕੀਤੇ। ਉਹਨਾਂ ਦੀ ਆਪਣੀ ਜ਼ੁਬਾਨੀ ਵੀ ਮਹਾਰਾਜ ਜੀ ਦੀ ਕਿਰਪਾ ਨਾਲ ਬੜੇ ਬਚਨ ਉਹਨਾਂ ਤੋਂ ਸੁਣੇ, ਅੱਜ ਤੱਕ ਖੂਬ ਉਹ ਯਾਦ ਵੀ ਨੇ, ਕਿਉਂਕਿ ਉਹਨਾਂ ਦਾ ਉਹ ਆਪਣਾ ਜੀਵਨ ਬੜਾ ਫੈਸ਼ਨ ਵਾਲਾ ਸੀ। ਸਿਨੇਮੇ ਵੇਖਣੇ, ਦੁਨੀਆਦਾਰੀ ਜੋ, ਪਰ ਖੁਦ ਕਿਰਪਾ ਹੋਈ ਸੀ ਸੰਗਤ ਵਿੱਚ ਲਿਆ ਕੇ, ਕਿਉਂਕਿ ਬਾਬਾ ਕਰਤਾਰ ਸਿੰਘ ਸਾਹਿਬ ਜੀ ਕਾਲੇ ਨਹੀਂ ਸੀ ਪੈਂਦੇ। ਜਦੋਂ ਕਿ ਉਹ ਦੱਸਦੇ ਵਿਆਹ ਤੋਂ ਪਹਿਲਾਂ ਦੇ ਪਤੀ ਗੁਰਜੀਤ ਸਿੰਘ ਇਸ ਕਰਕੇ ਨਹੀਂ ਸੀ ਉਹ ਰਿਸ਼ਤਾ ਕਬੂਲ ਕਰਦੇ ਵੀ ਮੇਰਾ ਸੁਭਾਅ ਇੱਧਰ ਦਾ ਹੈ, ਉਹ ਬੀਬਾ ਦਾ ਸੁਭਾਅ ਦੁਨੀਆਦਾਰੀ ਏ ਅਤੇ ਇਹਨਾਂ ਨੇ ਜ਼ਿੰਮੇਵਾਰੀ ਲਈ ਸੀ। ਕਹਿੰਦੇ ਕੁਝ ਨਹੀਂ ਹੁੰਦਾ, ਤੂੰ ਵਿਆਹ ਕਰਾ, ਉਹਦੀ ਜ਼ਿੰਮੇਵਾਰੀ ਸਾਡੇ 'ਤੇ ਰਹਿਣ ਦੇ, ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿਹੜੀ ਰੂਹ ਅੱਜ ਕਿੱਥੇ ਖੜੀ ਏ, ਕੱਲ੍ਹ ਨੂੰ ਇਹਨੂੰ ਕਿਹੜੇ ਰੰਗ ਲੱਗਣੇ ਨੇ ਅਤੇ ਕਿਵੇਂ ਇਹਨਾਂ ਤੋਂ ਸੇਵਾ ਲੈਣੀ ਹੈ। ਸਤਿਕਾਰਯੋਗ ਬੀਬੀ ਗੁਰਬਖਸ਼ ਕੌਰ ਅਤੇ ਜਿਹੜੀ ਕਿਰਪਾ ਹੋਈ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨੂੰ ਤੇ ਸੇਵਾ ਦਾ ਰੂਪ ਹੀ ਕਹਿੰਦੇ ਸੀ ਨਾ। ਜਦੋਂ ਆਉਣਾ ਤੇ ਕਹਿਣਾ ਵੀ ਸੇਵਾ ਆ ਗਈ ਹੈ। 3 ਮਹਾਂਪੁਰਖਾਂ ਦੀ ਜੇ ਨੇੜੇ ਤੋਂ ਕੇ ਸੇਵਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਤਿੰਨਾਂ ਬਾਬਾ ਕਰਤਾਰ ਸਿੰਘ ਜੀ ਹੋਰਾਂ ਤੋਂ ਇਲਾਵਾ ਬਰਿਆਰਾਂ ਵਾਲੇ, ਉਹਨਾਂ ਤੇ ਖੁੱਲ੍ਹੀ ਸੇਵਾ ਮਹਾਰਾਜ ਨੇ ਉਹਨਾਂ ਤੋਂ ਲਈ ਅਤੇ ਹੁਣ ਵੀ ਲੈ ਰਹੇ ਨੇ। ਪਰ ਜਿਹੜੀ ਉਦੋਂ ਇੱਕ ਵਾਰੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬਿਮਾਰ ਹੋ ਗਏ ਨਾਢਾ ਸਾਹਿਬ, ਉੱਥੇ 20 ਦਿਨ ਉਚੇਚੇ ਤੌਰ 'ਤੇ ਬਰਿਆਰਾਂ ਵਾਲਿਆਂ ਨੇ ਕਿਹਾ ਸੀ ਪ੍ਰਸ਼ਾਦ ਪਾਣੀ ਦੀ ਸੇਵਾ ਇਹ ਬੀਬਾ ਤੁਹਾਡੀ ਕਰੇਗੀ। ਇਹਨੂੰ ਪਤਾ ਹੈ ਕਿਸੇ ਸਾਧੂ ਨੂੰ ਸੇਵਾ ਦੀ ਜਿਹੜੀ ਲੋੜ ਹੈ, ਖੁਰਾਕ ਦੀ, ਪ੍ਰਸ਼ਾਦ ਦੀ, ਕਿਹੜੇ ਢੰਗ ਨਾਲ ਦੇਣਾ, ਅੰਦਰ ਦੇ ਖਿਆਲ ਕਿਹੋ ਜਿਹੇ ਚਾਹੀਦੇ ਹਨ, ਪਵਿੱਤਰਤਾ, ਉਹ ਵੀ ਸੇਵਾ ਮਿਲੀ। ਸੰਤ ਬਾਬਾ ਖਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਪ੍ਰਸ਼ਾਦੇ ਦੀ ਸੇਵਾ ਵੀ ਦਿੱਤੀ ਗਈ। ਉਹਨਾਂ ਦਾ ਬਚਨ ਜੋ ਉਹਨਾਂ ਦੀ ਜ਼ੁਬਾਨੀ ਸੁਣਿਆ, ਇੱਥੇ ਕੈਨੇਡਾ ਹੀ ਐਬਸਫੋਰਡ ਘਰ ਆਏ ਸਨ, ਉਹਨਾਂ ਦਿਨਾਂ ਵਿੱਚ ਹੀ ਸਤਿਕਾਰਯੋਗ ਸੰਤ ਬਾਬਾ ਬਲਦੇਵ ਸਿੰਘ ਜੀ ਬਲੰਦਪੁਰੀ ਸਾਹਿਬ ਵਾਲੇ ਸਰੀ ਆਏ ਸਨ। ਉਹਨਾਂ ਦੇ ਦਰਸ਼ਨ ਕਰਨ ਗਏ, ਉਡੀਕ ਕਰਦਿਆਂ ਉਹਨਾਂ ਨੇ ਬਾਹਰ ਜਿਹੜੇ ਬਚਨ ਸੁਣਾਏ ਬਹੁਤ ਅਨਮੋਲ ਸਨ, ਕਿਉਂਕਿ ਹੱਡੀ ਬੀਤੇ ਸਨ। ਉਹਨਾਂ ਨੇ ਕੋਈ ਬਚਨ ਕੀਤਾ ਭਈ ਰਾਮਪੁਰ ਖੇੜੇ ਵਾਲੇ ਬਿਮਾਰ ਸੀ, ਅੰਮ੍ਰਿਤਸਰ ਹੌਸਪੀਟਲ 'ਚ ਦਾਖਲ ਸੀ। ਜਦੋਂ ਕੁਛ ਦਿਨ ਹੋ ਗਏ ਬੇਖੋਜ ਸਨ ਅਤੇ ਸੇਵਾਦਾਰ ਬਹੁਤ ਉਦਾਸ ਸਨ, ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਦੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਸੀ, ਮੋਰਚਾ ਲੱਗਾ ਹੋਇਆ ਸੀ, ਅਤੇ ਉਹਨਾਂ ਨੇ ਕੱਲਿਆ ਇਸ ਬੀਬਾ ਨੂੰ। ਮੈਂ ਵਿੱਚੇ ਗੱਲ ਛੱਡੀਏ, ਸੰਤ ਬਾਬਾ ਜਰਨੈਲ ਸਿੰਘ ਜੀ ਖੁਰਾ ਨੇ ਜਦੋਂ ਇੱਕ ਵਾਰੀ ਪ੍ਰਸ਼ਾਦਾ ਛਕਣਾ ਛੱਡ ਦਿੱਤਾ ਸੀ, ਉਹ ਕੋਈ ਇਹੋ ਜਿਹੇ ਕਾਰਨ ਸਨ ਜਿਹੜੇ ਇਸ ਤਰ੍ਹਾਂ ਆਪਾਂ ਸਾਰੀ ਸੰਗਤ ਦੇ ਸਾਹਮਣੇ ਸਾਂਝੇ ਨਹੀਂ ਕਰਨ ਬਣਦੇ, ਜੋ ਇਸ ਭੈਣ ਨੇ ਦਰਸਾਇਆ ਸੀ ਭਈ ਕਿਉਂਕਿ ਸੰਤਾਂ ਨੂੰ ਖਤਮ ਕਰਨ ਲਈ ਕਈ ਤਰੀਕੇ ਵਰਤੇ ਜਾ ਰਹੇ ਸਨ। ਬਾਹਰੋਂ ਵੀ ਖਮਲਾ, ਅੰਦਰੋਂ ਖਾਤੇ ਵੀ ਕੋਈ ਸ਼ਿਕਾਸ਼ ਕੂਕ ਕੇ ਖਤਮ ਕਰਨ ਦੇ। ਪਰ ਜਦੋਂ ਪਤਾ ਲੱਗਾ ਸਿੰਘਾਂ ਨੂੰ, ਇਹਨਾਂ ਨੇ ਇਸੇ ਭੈਣ ਨੂੰ ਭਲਾਈ ਤੋਂ ਸੱਦਿਆ ਸੀ। ਭੈਣ ਤੋਂ ਦੇਖ ਹੈ ਸੰਤ ਬਾਬਾ ਕਰਤਾਰ ਸਿੰਘ ਬਰਿਆਰਾਂ ਵਾਲੇ ਦੀ ਧੀ ਨੇ ਬਣਾਈ ਹੋਈ
ਅਸਲੀ ਤੇ ਰਿਸ਼ਤੇ ਹੀ ਨੇ ਨਾ ਜਿਹੜੇ ਰੂਹਾਨੀਅਤ ਦੇ ਹੁੰਦੇ ਨੇ। ਹਾਂ, ਸੰਤ ਜਰਨੈਲ ਸਿੰਘ ਜੀ ਭੈਣ ਕਹਿੰਦੇ ਨੇ, ਤੂੰ ਭੈਣ ਪ੍ਰਸ਼ਾਸਕਾ 5 ਸਿੰਘਾਂ ਨੇ ਡਿਊਟੀ ਲਾਈ ਸੀ, ਭਈ ਤੂੰ ਸਾਡਾ ਨਾਮ ਨਹੀਂ ਲੈਣਾ, ਕਈ ਦਿਨਾਂ ਤੋਂ ਪ੍ਰਸ਼ਾਦਾ ਨਹੀਂ ਛਕਿਆ, ਕੋਈ ਤਰੀਕਾ ਅਪਣਾ। ਜਦੋਂ ਪ੍ਰਸ਼ਾਦ ਲੈ ਕੇ ਗਏ, ਕਹਿੰਦੇ ਮਹਾਰਾਜ ਕਿਰਪਾ ਕਰੇਗਾ ਤੇ ਸੇਵਾ ਲੈ ਲੈਣਗੇ, ਕੋਈ ਦਾਵਾ ਨਹੀਂ। ਬੇਨਤੀ ਕੀਤੀ, ਸੇਵਾਦਾਰ ਨੇ ਰੋਕਿਆ ਅੰਦਰ ਜਾਣ ਤੋਂ, ਉਹਨਾਂ ਨੇ ਮਨ੍ਹਾ ਕੀਤਾ ਹੀ, ਸਾਰੀ ਕਹਾਣੀ ਦਾ ਨਹੀਂ ਸੀ ਪਤਾ। ਖੈਰ ਜਿੱਦ ਖੋਈ ਵਾਹਵਾਂ, ਭੈਣ ਦਾ ਵਿਸ਼ਵਾਸ ਸੀ, ਕਹਿੰਦੇ ਮੈਂ ਬਹਿ ਗਈ। ਮੈਂ ਕਿਹਾ ਚਲੋ ਦਰਵਾਜ਼ੇ 'ਤੇ ਮੈਨੂੰ ਬਹਿਣ ਦਿਓ, ਆਵਾਜ਼ ਮੈਂ ਨਹੀਂ ਮਾਰਦੀ, ਦਰਵਾਜ਼ਾ ਮੈਂ ਨਹੀਂ ਖੜਕਾਵਾਂਗੀ, ਅਰਦਾਸ ਕਰਾਂਗੇ, ਜੇ ਸੰਤਾਂ ਨੇ ਆਪੇ ਬੂਹਾ ਖੋਲ੍ਹ ਕੇ ਮੇਰੇ ਤੋਂ ਪ੍ਰਸ਼ਾਦਾ ਮੰਗ ਲਿਆ ਫਿਰ ਜਾਣ ਦਿਓਗੇ? ਕਹਿੰਦੇ ਠੀਕ। ਉਹਨਾਂ ਨੂੰ ਸੀ ਵੀ ਇਸ ਤਰ੍ਹਾਂ ਕਿਵੇਂ ਹੋ ਜਾਏਗਾ, ਪਹਿਰੇਦਾਰ ਖੜੇ ਨੇ, ਹੋਰ ਵੀ ਉਹਨਾਂ ਨੂੰ ਡਰ ਸੀ ਸੰਤ ਸਾਨੂੰ ਝਿੜਕਣਗੇ। ਜਦੋਂ ਬੈਠੇ ਰਹੇ, ਕੁਝ ਸਮਾਂ ਲੰਘਿਆ ਸੀ, ਸੰਤਾਂ ਨੇ ਦਰਵਾਜ਼ਾ ਖੋਲ੍ਹਿਆ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲਿਆਂ ਨੇ ਦਰਵਾਜ਼ਾ ਖੋਲ੍ਹ ਕੇ ਕਹਿੰਦੇ ਭੈਣ ਆ ਗਈ, ਨਹੀਂ ਖਟੀ, ਆ ਜਾਓ। ਅੰਦਰ ਲਗਾਏ ਪ੍ਰਸ਼ਾਦਾ, ਕਹਿੰਦੇ ਕਿਉਂ ਨਹੀਂ ਛਕਦੇ? ਦੱਸੀ ਕਹਾਣੀ। ਕਹਿਣ ਲੱਗੇ ਕਿਉਂ ਨਹੀਂ ਛਕਣਾ, ਜੇ ਸਰੀਰ ਦਿੱਤਾ ਏ, ਇਹਨੂੰ ਲੋੜ ਏ ਖੁਰਾਕ ਦੀ। ਪਰ ਕਈ ਵਾਰ ਇਹੋ ਜਿਹੀਆਂ ਚੀਜ਼ਾਂ ਇੱਥੇ ਕੁਝ ਲੋਕੀ ਪਹੁੰਚਾ ਦਿੰਦੇ ਨੇ ਜਿਹੜੀਆਂ ਕਿ ਸਰੀਰ ਨੂੰ ਖਤਮ ਕਰਨਾ ਚਾਹੁੰਦੀਆਂ ਨੇ। ਘਿਓ ਵੀ ਦਿੱਤਾ ਸੀ, ਚੈੱਕ ਕਰਾਓ, ਉਹ ਲੈ ਕੇ ਗਏ, ਉਹਦੇ 'ਚ ਕੁਛ ਮਿਲਾਵਟ ਸੀ। ਡਰ ਲੱਗਦਾ ਇਹਨਾਂ ਗੱਲਾਂ ਕਰਦਿਆਂ ਨੂੰ ਵੀ। ਗੁਰੂ ਕੇ ਪਿਆਰਿਓ, ਮਹਾਰਾਜ ਸਮੱਤ ਬਖਸ਼ਣ। ਉਹ ਵੀ ਲੋਕ ਦੁਸ਼ਮਣ ਦੋਖੀ ਬਣ ਜਾਂਦੇ ਨੇ ਜਿਹੜੇ ਕਦੇ ਤਤੀਆਂ ਤਵੀਆਂ 'ਤੇ, ਕਦੇ ਸਾਧੂਆਂ ਦੇ ਕੋਲ ਆ ਕੇ ਬਾਹਰੋਂ ਆਪਣੇ ਬਣ ਕੇ ਅੰਦਰੋਂ ਦੁਸ਼ਮਣ ਬਣ ਕੇ ਦੁਸ਼ਮਣੀ ਕਮਾਉਂਦੇ ਨੇ। ਮਹਾਰਾਜ ਮਿਹਰ ਹੀ ਕਰਨ ਸੱਚੇ ਪਾਤਸ਼ਾਹ ਜੀ। ਤੋਂ ਖੈਰ ਇਹ ਗੁਰਬਖਸ਼ ਕੌਰ ਖੁਰਾ ਨੇ ਫਿਰ ਪ੍ਰਸ਼ਾਦਾ ਕਈ ਦਿਨ ਛਕਾਇਆ ਸੀ। ਫਿਰ ਡਿਊਟੀ ਲਾਈ ਪਈ ਪ੍ਰਸ਼ਾਦੇ ਨੂੰ ਕਿਵੇਂ ਧਿਆਨ ਨਾਲ ਛਕਾਣਾ। ਇਸ ਬੀਬਾ ਨੂੰ ਵੀ ਸੇਵਾ ਮਿਲੀ। ਇੱਕ ਦਿਨ ਕਹਿਣ ਲੱਗੇ ਰਾਮਪੁਰ ਖੇੜੇ ਵਾਲਿਆਂ ਨੂੰ, ਜਾਓ ਸਾਡੇ ਵੱਲ ਫਤਿਹ ਬੁਲਾ ਕੇ ਆਓ, ਅਤੇ ਸਿੰਘਾਂ ਨੇ ਪ੍ਰਸ਼ਾਦਾ ਨਹੀਂ ਛਕਿਆ, ਉਦਾਸ ਨੇ, ਛਕਾਓ। ਕਹਿੰਦੇ ਠੀਕ ਹੈ। ਗਏ, ਕਹਿੰਦੇ ਭੈਣ ਨੇ ਆਪ ਦੱਸਿਆ ਵੀ ਸੀ ਗਏ ਜਦੋਂ ਸਿੰਘ ਉਦਾਸ ਸਨ, ਕਹਿੰਦੇ ਸੰਤਾਂ ਨੂੰ ਮਿਲਣਾ ਹੈ, ਫਤਿਹ ਬੁਲਾਣੀ, ਸੰਤਾਂ ਨੇ ਭੇਜੀ। ਕਹਿੰਦੇ ਉਹ ਤੇ ਹੋਸ਼ ਵਿੱਚ ਨਹੀਂ, ਬਾਹਰੋਂ ਕੀ ਫਤਿਹ ਬੁਲਾਣੀ, ਸਾਰੇ ਪੜੇ ਕਹਿੰਦੇ ਉਦਾਸ ਬੈਠੇ ਸੀ। ਜਦੋਂ ਅੰਦਰ ਉਹਨਾਂ ਨੂੰ ਕਿਹਾ ਮੈਨੂੰ ਨੇੜੇ ਜਾਣ ਦਿਓ, ਚਲੇ ਗਏ। ਜਦੋਂ ਹੀ ਜਾ ਕੇ ਕਹਿੰਦੇ ਸੰਤਾਂ ਵੱਲੋਂ ਨਾਂ ਲੈ ਕੇ ਆਖਿਆ ਜੀ ਪਿੰਡਰਾਂ ਵਾਲਿਆਂ ਨੇ ਫਤਿਹ ਭੇਜੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਕਈ ਇੱਕਦਮ ਨੇਤਰ ਖੁੱਲ੍ਹ ਗਏ ਅਤੇ ਅੱਗੋਂ ਜਵਾਬ ਦਿੱਤਾ ਨੇ। ਸਿੰਘ ਹੈਰਾਨ ਵੀ ਮਹਾਂਪੁਰਖ ਬੋਲ ਪਏ। ਅਤੇ ਫਿਰ ਹੌਲੀ ਜੀ ਕਹਿਣ ਲੱਗੇ ਉਹਨਾਂ ਨੂੰ ਕਹੋ ਹੁਣ ਸਾਨੂੰ ਜਾਣ ਦਿਓ, ਕਾਹਦੇ ਲਈ ਰੱਖ ਰਹੇ ਹੋ? ਉਹਨਾਂ ਨੇ ਅਰਦਾਸ ਕਰਕੇ ਫਿਰ ਇੱਕ ਵਾਰ ਖਿੱਚ ਲਿਆ ਵੀ ਅਜੇ ਕੁਝ ਸਮਾਂ ਹੋਰ ਰਵੋ। ਪਿਆਰ ਸੀ, ਸਿੰਘਾਂ ਨੂੰ ਖੁਸ਼ੀ ਬਹੁਤ ਆਈ, ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ। ਇਹ ਮਹਾਰਾਜ ਵੱਲੋਂ ਕੋਈ ਨਾ ਕੋਈ ਰੂਹ ਹੁੰਦੀ ਹੈ, ਭਾਵੇਂ ਉਹ ਬੰਦੇ ਮਰਦ ਦੇ ਰੂਪ ਵਿੱਚ ਖੋਵੇ ਚਾਹੇ ਬੀਬਾ ਦੇ ਰੂਪ ਵਿੱਚ ਖੋਵੇ, ਜਿਨ੍ਹਾਂ ਨੂੰ ਸਤਿਗੁਰੂ ਅੰਦਰੋਂ ਰੂਹਾਨੀਅਤ ਦੀ ਸੋਝੀ ਪਾਉਂਦੇ ਅਤੇ ਵੱਡੀਆਂ ਵੱਡੀਆਂ ਸੇਵਾਵਾਂ ਉਹਨਾਂ ਦੀ ਜਿਹੜੀ ਮਰਦ ਨਹੀਂ ਕਰ ਸਕਦੇ, ਉਹ ਬੀਬੀਆਂ ਤੋਂ ਸਤਿਗੁਰੂ ਦੀ ਸੇਵਾ ਲੈ ਲੈਂਦੇ ਨੇ। ਪਰ ਉਹ ਸਾਰੇ ਰੰਗ ਕਿੱਥੋਂ ਲੱਗੇ ਸਨ? ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦੇ ਪਾਸੋਂ, ਉਹਨਾਂ ਕੋਲੋਂ ਹੀ ਇਹ ਰੰਗ ਲੱਗੇ ਹੋਏ ਸੀ। ਗੱਲ ਕਰ ਰਹੇ ਸਾਂ ਜਿੱਥੇ ਮਹਾਂਪੁਰਖਾਂ 'ਤੇ ਆਪਣੇ 'ਤੇ ਕਿਰਪਾ ਸੀ। ਅਣਗਤ ਸ਼ਬਦ ਜਦੋਂ ਸੁਣਾਉਣਾ, ਕਿਉਂਕਿ ਜਿੱਥੇ ਨਾਲ ਨੌਕਰੀ ਆਪਣੀ ਕਰ ਰਹੇ ਨੇ, ਕੋਈ ਇੱਕ ਜਗ੍ਹਾ 'ਤੇ ਸੰਤੇ ਬਣ ਕੇ ਨਹੀਂ ਬੈਠੇ, ਭਲਾਈ ਤੋਂ ਜਗ੍ਹਾ ਜਗ੍ਹਾ 'ਤੇ ਸੰਗਤ ਇਕੱਠੀ ਹੁੰਦੀ ਏ, ਉਹਦੇ ਵਿੱਚ ਕਲਾ ਵਰਤਦੀਆਂ ਨੇ ਅੱਗੇ ਤੋਂ ਅੱਗੇ। ਫਿਰ ਜਦੋਂ ਉੱਥੋਂ ਆ ਕੇ ਕੁਝ ਸਮਾਂ ਭੂਟਾਨ ਵੀ ਗਏ, ਉੱਥੇ ਇੱਕ ਵਾਰੀ ਇਕੱਲਿਆ ਇੱਕ ਗੋਰਖਾ ਅਫਸਰ ਸੀ ਅਤੇ ਇੱਕ ਸਿੱਖ ਅਫਸਰ। ਉਹ ਭਲਾਈ ਦੀ ਸੰਗਤ ਨੂੰ ਦੱਸੇ ਵੀ ਕਿਵੇਂ ਸਾਡੇ ਨਾਲ ਮਹਾਂਪੁਰਖ ਉੱਥੇ ਜਿਵੇਂ ਅਸੀਂ ਉਹਦੇ ਪਿਆਰ ਵਿੱਚ ਨੱਚਦੇ, ਸਾਡੇ ਨਾਲ ਉਹ ਨੱਚ ਵੀ ਲੈਂਦੇ। ਇੱਕ ਦਿਨ ਕਹਿਣ ਲੱਗੇ ਸੀ ਢਿੱਲੇ ਸਾਂ, ਅਸੀਂ ਅੱਜ ਨਹੀਂ ਜਾਣਾ, ਆ ਸਾਡੀ ਸੋਟੀ ਲੈ ਜਾਓ, ਇਹ ਕੁਝ ਕਰੇਗੀ। ਅਤੇ ਕਹਿੰਦੇ ਸੋਟੀ ਰੱਖੀ, ਸੱਚਮੁੱਚ ਸਾਡੇ ਨਾਲ ਉਹ ਨੱਚ ਕੇ ਸਾਈਂ ਨੂੰ ਰਜਾਉਂਦੀ ਸੀ। ਰੱਬ ਨੂੰ ਪਿਆਰ ਕਰਨ ਵਾਲਿਆਂ ਦੇ ਵੀ ਢੰਗ ਬਥੇਰੇ ਨੇ ਨਾ, ਕੇਵਲ ਇਹ ਨਹੀਂ ਨਾ ਸਾਡੇ ਵਾਲਾ ਤਰੀਕਾ। ਕਈ ਉਹਨੂੰ ਖੜਤਾਲਾਂ ਵਜਾ ਕੇ ਰੁਝਾਉਂਦੇ, ਕਈ ਨੱਚ ਕੇ, ਕਈ ਸਮਾਧੀਆਂ ਲਾ ਕੇ, ਉਹਨਾਂ ਦੀ ਮੌਜ ਜਿਵੇਂ ਵੀ ਕੋਈ ਉਹਨੂੰ ਪਿਆਰ ਕਰਦਾ ਭਾਈ। ਤੋਂ ਗੱਲ ਕਰੀਏ ਜਦੋਂ
ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦੇ ਅੱਜ ਹੋਰ, ਕੱਲ੍ਹ ਹੋਰ, ਪਰਸੋਂ ਹੋਰ, ਇਸ ਤਰ੍ਹਾਂ ਰੰਗ ਹਰ ਰੋਜ਼ ਹੀ ਲੱਗ ਰਹੇ ਸਨ। ਇੱਕ ਤੋਂ ਬਾਅਦ ਦੂਜੇ ਤੋਂ ਬਾਅਦ ਤੀਜਾ। ਜਿਹੜਾ ਕੁਝ ਸੁਣਦਾ ਆਪਣੇ ਆਪ ਭੱਜਿਆ ਹੁੰਦਾ ਸੀ। ਅਤੇ ਭਲਾਈ ਦੀ ਸੰਗਤ ਨਾਲ ਉਦੋਂ ਵੀ ਪਿਆਰ ਸੀ ਅਤੇ ਅੱਜ ਵੀ ਸੰਗਤ ਦਾ ਉਚੇਚਾ ਪਿਆਰ ਹੈ। ਪਰ ਉਹਨਾਂ ਦੇ ਜੀਵਨ ਦੇ ਕੁਝ ਪਹਿਲੂ ਅਸੀਂ ਹੋਰ ਵਿਚਾਰਾਂਗੇ। ਅੱਜ ਦੇ ਦੀਵਾਨ ਅੰਦਰ ਇੰਨਾ ਹੀ ਸਮਾਪਤੀ ਕਰਦੇ ਹਾਂ। ਇਹ ਇੱਕ ਹਿੱਸੇ ਵਿੱਚ ਥੋੜ੍ਹੇ ਜਿਹੇ ਗੁਣ ਸਾਂਝੇ ਕੀਤੇ ਨੇ। ਅਗਲੇ ਹਿੱਸੇ ਦਾ ਦੂਸਰਾ ਭਾਗ ਵਿੱਚ ਫਿਰ ਆਪਾਂ ਦਰਸ਼ਨ ਕਰਾਂਗੇ। ਇਹ ਆਪਾਂ ਗੱਲ ਜੋ ਸਤਿਗੁਰੂ ਜੀ ਦੀ ਕਿਰਪਾ ਨਾਲ ਕਰ ਰਹੇ ਹਾਂ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦੀ, ਜਿਹੜੇ 1918 ਵਿੱਚ ਆਏ ਅਤੇ 2 ਜਨਵਰੀ 1982 ਨੂੰ ਚੋਲਾ ਬਦਲ ਗਏ। ਅਸੀਂ ਉਹਨਾਂ ਦੇ ਜਿਵੇਂ ਉਹਨਾਂ ਘਾਲਣਾ ਘਾਲੀ, ਉਹਨਾਂ ਰਾਹੀਂ ਮਹਾਰਾਜ ਨੇ ਸੰਗਤ ਨੂੰ ਕਿਵੇਂ ਸਤਿਗੁਰੂ ਨਾਲ ਜੋੜਿਆ, ਉਹਨਾਂ ਦੇ ਬਚਨ ਕੁਝ ਹੋਰ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗਾ। ਅੱਜ ਇੰਨੇ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਅਤੇ ਚੇਤਾ ਰੱਖਣਾ ਆਪਾਂ ਤੁਰਨਾ ਹੀ। ਤੁਰਨ ਦਾ ਮਤਲਬ ਆਪਾਂ ਵੀ ਅੰਮ੍ਰਿਤਧਾਰੀ ਹੋਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰੀਏ, ਜੋ ਗੁਰਦੇਵ ਕਹਿੰਦੇ ਉਹਨਾਂ ਬਚਨਾਂ ਨੂੰ ਕਮਾਈਏ, ਫਿਰ ਇੱਕਦਮ ਉਹ ਜੀਵਨ ਬਦਲਦੇ ਅਤੇ ਸੁਖੀ ਹੋਈਦਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।